ਮੈਂ ਸਰਕਾਰੀ ਨੌਕਰੀ ਨਹੀਂ ਲਈ। ਅੱਜ ਦੀ ਤਰੀਕ ਤੁਸੀਂ ਸੁਣੋਗੇ ਤਾਂ ਹੈਰਾਨ ਹੋਵੋਗੇ। ਉਹਦਾ ਕਾਰਨ ਇਹ ਸੀ ਵੀ ਜਿਹੜੀ ਤਨਖਾਹ ਸੀਗੀ ਸਰਕਾਰੀ ਨੌਕਰੀ 'ਚ ਤਾਂ ਸੀਗੀ ਘੱਟ, ਲੇਕਿਨ ਉੱਥੇ ਇਹ ਸੀ ਵੀ ਕਹਿੰਦਾ ਜੀ ਪੈਸੇ ਉੱਪਰੋਂ ਬੜੇ ਬਣ ਜਾਂਦੇ ਆ ਜੀ। ਤੋ ਇਸ ਕਰਕੇ ਮੈਂ ਉਹ ਸਰਕਾਰੀ ਨੌਕਰੀਆਂ ਨੂੰ ਠੋਕਰ ਮਾਰੀ ਅਤੇ ਮੈਂ ਪ੍ਰਾਈਵੇਟ ਜੋਬ ਸੀ ਕੋਟਾ ਰਾਜਸਥਾਨ, ਫਰਟੀਲਾਈਜ਼ਰ ਸ਼ੇਡਾਮ ਯੂਰੀਆ ਸ਼ੇਡਾਮ ਸੀਮੈਂਟ ਬਣਦਾ ਸੀ ਉੱਥੇ, ਉਹ ਮੈਂ ਜੁਆਇਨ ਕੀਤੀ। ਲੇਕਿਨ ਜਦੋਂ ਦੁਪਹਿਰ ਦਾ ਟਾਈਮ ਹੋਇਆ ਤਾਂ ਹੌਲੀ ਹੌਲੀ ਦੁਕਾਨਾਂ ਬੰਦ ਹੋਣ ਲੱਗ ਪਈਆਂ। ਤਾਂ ਸਾਨੂੰ ਇੱਕ ਬੰਗਾਲੀ ਸੀ ਉੱਥੇ, ਕਹਿੰਦਾ ਬਈ ਦਿੱਲੀ 'ਚ ਨਾ ਇੰਦਰਾ ਗਾਂਧੀ ਦਾ ਮਰਡਰ ਹੋ ਗਿਆ, ਅਤੇ ਮਰਡਰ ਜਿਹਨੇ ਕੀਤਾ ਉਹ ਕੋਈ ਸਰਦਾਰ ਹੈ, ਕਿਉਂਕਿ ਸਾਡੇ ਸਿਰ 'ਤੇ ਪੁਟਕੇ ਬੰਨੇ ਸੀ, ਸ਼ਕਲੋਂ ਤਾਂ ਪਤਾ ਲੱਗ ਹੀ ਜਾਂਦਾ ਵੀ ਅਸੀਂ ਪੰਜਾਬੀ ਹਾਂ। ਅਤੇ ਉਹ ਕਹਿੰਦਾ ਵੀ ਤੁਸੀਂ ਨਾ ਇੱਦਾਂ ਕਰੋ, ਤੁਸੀਂ ਇੱਥੋਂ ਨਿਕਲ ਜਾਓ, ਅਤੇ ਹਾਲਾਤ ਬਹੁਤ ਠੀਕ ਨਹੀਂ ਹੈਗੇ। ਇਸ ਫੀਲਡ 'ਚ ਸਿੱਖ ਜਿਹੜੇ ਬਹੁਤ ਘੱਟ ਨਜ਼ਰ ਆਉਂਦੇ। ਇਸ ਤਰ੍ਹਾਂ ਹੈ, ਜਦੋਂ ਮੈਂ NSC ਦੀ ਇੱਥੇ ਮੈਂਬਰਸ਼ਿਪ ਲਈ ਐਕਸਚੇਂਜ ਦੀ, ਉਹਨਾਂ ਨੇ ਪੁੱਛਿਆ, ਜਦੋਂ ਪਹਿਲਾਂ ਤਾਂ ਮੇਰੀ ਪੱਗ ਬੰਨੀ ਸਿਰ ਦੇ ਉੱਤੇ, ਜਦੋਂ ਮੈਨੂੰ ਗਿਆ ਮੈਂ ਦੇਖਿਆ ਵੀ ਉਹ ਪਹਿਲੀ ਵਾਰ ਹੈਰਾਨ ਹੋ ਗਿਆ ਵੀ ਕੋਈ ਸਰਦਾਰ ਵੀ ਆਇਆ ਮੈਂਬਰ ਬਣਨ ਵਾਸਤੇ। ਮੇਰਾ ਪਹਿਲਾ ਚੈਲੰਜ ਆ ਗਿਆ, ਹਰਸ਼ਦ ਮਹਿਤਾ ਸਕੈਮ ਹੋਇਆ 23 ਅਪ੍ਰੈਲ 1992 ਨੂੰ। ਉਹ ਹਰਸ਼ਦ ਮਹਿਤਾ ਸਕੈਮ ਬਾਹਰ ਪਤਾ ਲੱਗਾ ਵੀ ਆਹ ਗੜਬੜ ਹੋ ਗਈ ਆ, ਅਤੇ 15 ਦਿਨ ਲਈ 15-20 ਦਿਨ ਤਕਰੀਬਨ ਸਟਾਕ ਮਾਰਕੀਟ ਬੰਦ ਹੋ ਗਿਆ। ਅਗਲਾ ਵੱਡਾ ਚੈਲੰਜ ਆਇਆ 1994 ਦੇ ਵਿੱਚ, ਅਤੇ ਉਹ ਰਸਤੇ 'ਚ ਪਾਰਸਲ ਚੋਰੀ ਹੋ ਗਿਆ 1994, ਔਰ ਉਹਦੀ ਵੈਲਿਊ ਸੀਗੀ ਤਕਰੀਬਨ 26 ਕੰਪਨੀਆਂ ਦੇ ਸ਼ੇਅਰ ਸੀਗੇ, ਅਤੇ 7.5 ਲੱਖ ਰੁਪਏ ਦੇ ਉਹ ਸ਼ੇਅਰ ਸੀਗੇ ਜਿਹੜੇ ਚੋਰੀ। ਜਦੋਂ ਹੁਣ ਤੁਸੀਂ ਦੇਖੋ ਵੀ 90 'ਚ ਮੈਂ 3000 ਰੁਪਏ ਨਾਲ ਕੰਮ ਸ਼ੁਰੂ ਕੀਤਾ ਹੋਏ, ਅਤੇ 2-3 ਸਾਲਾਂ 4 ਸਾਲਾਂ 'ਚ ਮੇਰੀ ਨੈੱਟਵਰਥ ਕਿੰਨੀ ਕੁ ਹੋਊਗੀ? ਮੇਰੀ ਤਕਰੀਬਨ 1.5-2 ਲੱਖ ਰੁਪਏ ਦੀ ਨੈੱਟਵਰਥ ਹੋਣੀ ਟੋਟਲ। ਅਤੇ ਜਦੋਂ ਪਤਾ ਲੱਗਾ ਵੀ 7.5 ਲੱਖ ਦੀ ਚੋਰੀ ਹੋ ਗਈ, ਜਿਸ 'ਚ ਮੇਰਾ ਫਾਲਟ ਵੀ ਕੋਈ ਨਹੀਂ, ਆਪਣੀ ਸਾਰੀ ਜੂਲਰੀ ਵੇਚ ਦਿੱਤੀ। ਕਹਿੰਦੀ ਮੇਰਾ ਜੂਲਰੀ ਰੱਖੋ, ਇਹਨੂੰ ਵੇਚ ਦਿਓ। ਮੇਰੇ ਘਰ ਜੋ ਕੁਛ ਵੀ ਸੇਲੇਬਲ ਸੀਗਾ, ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀ ਉਹ ਵੇਚ ਦਿੱਤਾ, ਕੈਮਰਾ ਸੀ ਉਹ ਵੇਚ ਦਿੱਤਾ, ਮਤਲਬ ਘਰ ਜੋ ਕੁਛ ਵਿਕ ਸਕਦਾ ਸੀ ਮੈਂ ਵੇਚ ਦਿੱਤਾ ਸਭ ਕੁਛ। ਮੈਂ ਸਾਰੀ ਕਲਾਇੰਟਾਂ ਦੀ ਪੇਮੈਂਟ 40-42 ਦਿਨਾਂ ਦਾ 40 ਦਿਨ ਤੱਕ ਸਭ ਦਾ ਪੈਸਾ ਆਉਣਾ ਪਈ, ਸਭ ਦਾ ਦੇ। ਫਿਰ ਅਗਲਾ ਚੈਲੰਜ ਆਇਆ ਸਨ 2000 ਦੇ ਵਿੱਚ। ਉਹ ਫਿਰ ਮੁੜ ਕੇ ਜੋ ਅਸੀਂ ਕਰਜ਼ੇ ਲਾਏ ਸੀ, ਫਿਰ ਮੁੜ ਕੇ ਉਸੇ ਤਰੀਕੇ ਨਾਲ ਕਰਜ਼ੇ 'ਚ ਆ ਕੇ ਕਰਜ਼ੇ 'ਚ ਡੁੱਬ ਗਏ ਸਾਰਾ ਕੁਛ। ਫਿਰ ਤਹਿਸ ਨਹਿਸ ਸਭ ਕੁਛ। ਟਰਨਓਵਰ ਦੇ ਹਿਸਾਬ ਨਾਲ ਦੇਖੇ ਸਾਡਾ ਅਰਾਊਂਡ ਅਬਾਊਟ 2 ਤੋਂ 3 ਹਜ਼ਾਰ ਕਰੋੜ ਪਰ ਡੇ ਦਾ ਵੋਲਿਊਮ। ਸਤਿ ਸ਼੍ਰੀ ਅਕਾਲ, ਹਮਦਰਦ TV ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਅੱਜ ਦਾ ਇਹ ਇੰਟਰਵਿਊ ਮੇਰੇ ਲਈ, ਤੁਹਾਡੇ ਲਈ, ਸਾਡੇ ਸਾਰਿਆਂ ਦੇ ਲਈ ਬੇਹੱਦ ਖਾਸ ਹੈ, ਕਿਉਂਕਿ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਸ਼ਾਇਦ ਇਹ ਗੱਲ ਸਿੱਖਣ ਨੂੰ ਮਿਲੇ ਕਿ ਆਖਿਰ ਇਨਸਾਨ ਪੈਸਾ ਕਮਾ ਕਿਵੇਂ ਸਕਦਾ ਹੈ, ਉਹ ਵੀ ਲੀਗਲ ਤਰੀਕੇ ਦੇ ਨਾਲ। ਕਿਉਂਕਿ ਜਿਸ ਸ਼ਖਸ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹਾਂ, ਉਸ ਸ਼ਖਸ ਦੀ ਜ਼ਿੰਦਗੀ ਦੀ ਸ਼ੁਰੂਆਤ ਗਲੀਆਂ ਦੇ ਵਿੱਚ ਅਖਬਾਰਾਂ ਵੇਚਣ ਤੋਂ ਸ਼ੁਰੂ ਹੁੰਦੀ ਹੈ, ਅਤੇ ਅੱਜ ਉਹ ਸ਼ਖਸ ਇੰਡੀਆ ਦੇ 10 ਟੌਪ ਦੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਵਿੱਚ ਸ਼ਾਮਿਲ ਹੈ। ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਸਚਦੇਵਾ ਜੀ ਮੌਜੂਦ ਨੇ। ਸਟਾਕ ਮਾਰਕੀਟ ਦੇ ਵਿੱਚ ਲਗਾਤਾਰ ਬਿਜ਼ਨਸ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ। ਪਰ ਵੱਡਾ ਸਵਾਲ ਹੈ ਕਿ ਅਖਬਾਰਾਂ ਵੇਚਣ ਵਾਲਾ ਉਹ ਨੌਜਵਾਨ ਅੱਜ ਇੰਨਾ ਬਿਜ਼ਨਸਮੈਨ ਵੱਡਾ ਕਿਵੇਂ ਬਣ ਗਿਆ? ਸਚਦੇਵਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਾਰੇ ਹਮਦਰਦ TV ਦੇਖਣ ਵਾਲੇ, ਵੈਬ TV ਦੇਖਣ ਵਾਲੇ ਸਭ ਦਾ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਇਹ ਹੈ ਕਿ ਕੋਈ ਗਰੀਬ ਅਮੀਰ ਹੋ ਸਕਦਾ? ਬਿਲਕੁਲ ਹੋ ਸਕਦਾ। ਪਰਮਾਤਮਾ ਨੇ ਕਿਸੇ ਨੂੰ ਵੀ ਇਸ ਦੁਨੀਆ 'ਚ ਜੰਕ ਨਹੀਂ ਬਣਾ ਕੇ ਭੇਜਿਆ ਹੁੰਦਾ। ਲੋੜ ਹੁੰਦੀ ਆ ਇੱਕ ਸਾਫ਼ ਨੀਅਤ ਦੀ, ਇੱਕ ਪੋਜ਼ਿਟਿਵ ਮੈਂਟਲ ਐਟੀਟਿਊਡ ਦੀ। ਹਮੇਸ਼ਾ ਜਿਹੜੀ ਸੋਚ ਹਮੇਸ਼ਾ ਪੋਜ਼ਿਟਿਵ ਰੱਖਣੀ ਚਾਹੀਦੀ ਬੰਦੇ ਨੂੰ। ਵੱਡੀ ਸੋਚ ਰੱਖੇ, ਮਿਹਨਤ ਕਰੇ, ਅਤੇ ਪਰਮਾਤਮਾ ਰਸਤਾ ਆਪਣੇ ਆਪ ਦਿਖਾਉਂਦਾ। ਤੁਹਾਡੀ ਮੈਂ ਜਿਵੇਂ ਜ਼ਿਕਰ ਕੀਤਾ ਹੈ ਵੀ ਇੱਕ ਦਿਨ ਉਹ ਸੀ ਜਦੋਂ ਅਖਬਾਰਾਂ ਵੇਚਦੀ ਸੀ ਸਵੇਰੇ ਉੱਠ ਕੇ 4 ਵਜੇ। ਉਹ ਜ਼ਿੰਦਗੀ ਦੇ ਵਿੱਚ ਪਿਛਲੀ ਝਾਤ ਅੱਜ ਜ਼ਰੂਰ ਦਰਸ਼ਕਾਂ ਨੂੰ ਮਰਵਾਇਓ। ਇਸ ਤਰ੍ਹਾਂ ਸਾਡੀ ਫੈਮਿਲੀ ਜਿਹੜੀ ਆ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆਈ ਸੀ। ਜਦੋਂ 1947 'ਚ ਪਾਕਿਸਤਾਨ ਬਣਿਆ, ਤਾਂ ਸਾਡੀ ਫੈਮਿਲੀ ਪਾਕਿਸਤਾਨ ਤੋਂ ਉੱਜੜ ਕੇ ਜਦੋਂ ਇੱਧਰ ਆਈ, ਇੱਧਰ ਆ ਕੇ ਮੇਰੇ ਦਾਦਾ ਜੀ ਅਤੇ ਉਹ ਸਬਜ਼ੀ ਮੰਡੀ 'ਚ ਫੜੀ ਲਗਾਉਂਦੇ ਸੀ। ਇਸੇ ਤਰ੍ਹਾਂ ਮੇਰੇ ਫਾਦਰ ਨੇ ਵੀ, ਜਦੋਂ ਮੈਂ ਸਕੂਲ 'ਚ ਪੜ੍ਹਦਾ ਹੁੰਦਾ ਸੀ, ਅਤੇ ਹੁਸ਼ਿਆਰਪੁਰ ਪੁਰਾਣੀ ਸਬਜ਼ੀ ਮੰਡੀ 'ਚ ਉਹ ਫੜੀ ਲਗਾਉਂਦੇ ਹੁੰਦੇ ਸੀ। ਅਤੇ ਮੈਂ ਜਦੋਂ ਸਕੂਲ ਪੜ੍ਹਦਾ ਸੀ ਤਾਂ ਸਵੇਰੇ ਮੈਂ ਪਹਿਲਾਂ 4 ਵਜੇ ਉੱਠਣਾ, ਉੱਠ ਕੇ ਪਹਿਲਾਂ ਘਰ ਜਾ ਕੇ ਅਖਬਾਰਾਂ ਸੁੱਟਦਾ ਹੁੰਦਾ ਸੀ। ਫਿਰ ਉਸ ਤੋਂ ਬਾਅਦ 7 ਵਜੇ ਸਾਡੀ ਮਾਰਨਿੰਗ ਸ਼ਿਫਟ ਹੁੰਦੀ ਸੀ ਗੌਰਮੈਂਟ ਹਾਈ ਸਕੂਲ ਘੰਟਾ ਘਰ ਹੁਸ਼ਿਆਰਪੁਰ। ਮੈਂ ਉੱਥੇ ਪੜ੍ਹਿਆ, 10ਵੀਂ ਉੱਥੋਂ ਕੀਤੀ, ਔਰ ਉਸ ਤੋਂ ਬਾਅਦ ਫਿਰ ਆਪਣਾ ਪੜ੍ਹਾਈ ਦਾ ਵੀ ਨਾਲ ਕਰਦਾ ਰਿਹਾ। ਫਿਰ ਉਸ ਤੋਂ ਬਾਅਦ ਇੱਕ ਕਰਿਆਨੇ ਦੀ ਦੁਕਾਨ 'ਤੇ ਵੀ ਕੰਮ ਕੀਤਾ, ਸੇਲਸਮੈਨ ਦਾ। ਫਿਰ ਕੱਪੜੇ ਦੀ ਦੁਕਾਨ 'ਤੇ ਵੀ ਕੰਮ ਕੀਤਾ। ਤਾਂ ਔਰ ਉਸ ਤੋਂ ਬਾਅਦ ਮਿਹਨਤੀ ਸ਼ੁਰੂ ਤੋਂ ਹੀ ਰਹੇ ਹੈ, ਅਤੇ ਸ਼ੌਂਕ ਹੋ ਗਿਆ ਸਪੋਰਟਸ ਦਾ, ਸਵਿਮਿੰਗ ਕਰਨ ਦਾ, ਅਤੇ ਸਵਿਮਿੰਗ ਸ਼ੁਰੂ ਕੀਤੀ, ਅਤੇ ਹੌਲੀ ਹੌਲੀ ਮਿਹਨਤ ਕੀਤੀ, ਅਤੇ 82 ਵਿੱਚ ਨੈਸ਼ਨਲ 'ਚ ਪੋਜੀਸ਼ਨ ਆਈ। ਤੋਂ ਪੰਜਾਬ 'ਚ ਰਿਕਾਰਡ ਰੱਖਿਆ ਆਪਣੇ 1500 ਮੀਟਰ ਦਾ ਫਰੀ ਸਟਾਈਲ ਦਾ। ਅਤੇ ਉਸ ਤੋਂ ਬਾਅਦ ਜਦੋਂ ਨੈਸ਼ਨਲ 'ਚ ਪੋਜੀਸ਼ਨ ਆਈ ਤਾਂ ਬਹੁਤ ਸਾਰੀਆਂ ਨੌਕਰੀਆਂ ਦੀ ਆਫਰ ਵੀ ਆਉਣੀ ਸ਼ੁਰੂ ਹੋ ਗਈ। ਪੰਜਾਬ ਪੁਲਿਸ ਤੋਂ ਵੀ ਆਈ, CRPF ਤੋਂ, BSF ਤੋਂ, ਰੇਲਵੇਜ਼, ਕਸਟਮਸ,
ਇਹ ਸਾਰੇ ਸਰਕਾਰੀ ਡਿਪਾਰਟਮੈਂਟ 'ਚੋਂ ਵੀ ਆਈ, ਇੱਕ ਪ੍ਰਾਈਵੇਟ ਜੌਬ ਦੀ ਵੀ ਆਫਰ ਆਈ, ਸ਼੍ਰੀਰਾਮ ਫਰਟੀਲਾਈਜ਼ਰ ਐਂਡ ਕੈਮੀਕਲਸ ਕੋਟਾ ਰਾਜਸਥਾਨ DCM ਦਾ ਯੂਨਿਟ ਸੀ, ਉੱਥੋਂ ਵੀ ਜੌਬ ਦੀ ਆਫਰ ਆਈ। ਮੈਂ ਸਰਕਾਰੀ ਨੌਕਰੀ ਨਹੀਂ ਲਈ। ਅੱਜ ਦੀ ਤਰੀਕ ਤੁਸੀਂ ਸੁਣੋਗੇ ਤਾਂ ਹੈਰਾਨ ਹੋਵੋਗੇ ਵੀ ਇਹ ਸਰਕਾਰੀ ਨੌਕਰੀ ਨੂੰ ਨਹੀਂ ਲਈ। ਅੱਜ ਕੱਲ੍ਹ ਤਾਂ ਲੋਕੀ ਸਰਕਾਰੀ ਨੌਕਰੀ ਲੱਭਦੇ ਆ ਤੇ ਮੈਂ ਪ੍ਰਾਈਵੇਟ ਲਈ। ਉਹਦਾ ਕੀ ਕਾਰਨ ਸੀਗਾ? ਉਹਦਾ ਕਾਰਨ ਇਹ ਸੀ ਵੀ ਜਿਹੜੀ ਤਨਖਾਹ ਸੀਗੀ ਸਰਕਾਰੀ ਨੌਕਰੀ 'ਚ ਤਾਂ ਸੀਗੀ ਘੱਟ, ਲੇਕਿਨ ਉੱਥੇ ਇਹ ਸੀ ਵੀ ਕਹਿੰਦਾ ਜੀ ਪੈਸੇ ਉੱਪਰੋਂ ਬੜੇ ਬਣ ਜਾਂਦੇ ਆ ਜੀ। ਲੇਕਿਨ ਆਪਣੇ 2 ਨੰਬਰ ਦੇ ਪੈਸੇ ਉੱਪਰੋਂ ਬਣ ਜਾਂਦੇ ਆ। ਲੇਕਿਨ ਮੇਰੀ ਸ਼ੁਰੂ 'ਚ ਹੀ ਪਤਾ ਨਹੀਂ ਪਰਮਾਤਮਾ ਨੇ ਜਾਂ ਪਰਮਾਤਮਾ ਦੀ ਗੱਲੋਂ ਕਹਿ ਲਓ ਜਾਂ ਮਾਂ ਪਿਓ ਨੇ ਜੋ ਸੰਸਕਾਰ ਦਿੱਤੇ ਸੀ, ਉਹਨਾਂ ਨੇ ਇਹੀ ਕਿਹਾ ਸੀ ਵੀ ਇਮਾਨਦਾਰੀ ਨਾਲ ਕੰਮ ਕਰਨਾ ਜ਼ਿੰਦਗੀ 'ਚ। ਤੋ ਇਸ ਕਰਕੇ ਮੈਂ ਉਹ ਸਰਕਾਰੀ ਨੌਕਰੀਆਂ ਨੂੰ ਠੋਕਰ ਮਾਰੀ ਤੇ ਮੈਂ ਪ੍ਰਾਈਵੇਟ ਜੌਬ ਸੀ ਕੋਟਾ ਰਾਜਸਥਾਨ, ਫਰਟੀਲਾਈਜ਼ਰ ਸ਼੍ਰੀਰਾਮ ਯੂਰੀਆ ਸ਼੍ਰੀਰਾਮ ਸੀਮੈਂਟ ਬਣਦਾ ਸੀ ਉੱਥੇ, ਉਹ ਮੈਂ ਜੁਆਇਨ ਕੀਤੀ 1982 ਦੇ ਵਿੱਚ। ਤੇ ਜਦੋਂ ਮੈਂ ਇੱਥੇ ਪੜ੍ਹਾਈ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਇੰਗਲਿਸ਼ 'ਚ ਉੱਥੋਂ ਮੈਂ ਕੀਤੀ ਸੀ ਦੁਆਬਾ ਕਾਲਜ ਜਲੰਧਰ ਤੋਂ, ਤੇ ਗ੍ਰੈਜੂਏਸ਼ਨ ਮੈਂ ਆਪਣੀ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਤੋਂ ਕੀਤੀ। ਅੱਛਾ, ਫਿਰ ਉਹ ਕੋਟਾ ਦੇ ਵਿੱਚ ਚਲੇ ਗਏ ਤੋਂ ਪੰਜਾਬ ਛੱਡ ਕੇ। ਪਰ ਅੱਜ ਆਪਾਂ ਦੇਖਦੇ ਹਾਂ ਇਹ ਚੀਜ਼ਾਂ, ਜਿਹੜੀ ਸਟਾਕ ਮਾਰਕੀਟ ਹੈ, ਜਦੋਂ ਸਟਾਕ ਮਾਰਕੀਟ ਦਾ ਜ਼ਿਕਰ ਵੀ ਆਉਂਦਾ ਸਿੱਧਾ ਬੰਬੇ ਦੀਆਂ ਤਸਵੀਰਾਂ ਆਉਂਦੀਆਂ ਨੇ। ਚੈਨਲਸ ਬਹੁਤ ਚੱਲਦੇ ਨੇ, ਅਸੀਂ ਕਈ ਵਾਰ ਅੱਗੇ ਲੰਘਾ ਦਿੰਦੇ ਆ, ਪੰਜਾਬੀ ਤੇ ਖਾਸ ਕਰਕੇ ਦੇਖਦੇ ਨਹੀਂ ਉਹ ਚੈਨਲਸ, ਹੈ ਨਾ। ਪਰ ਉਹਦੇ ਵਿੱਚੋਂ ਹੀ ਤੁਸੀਂ ਇੱਕ ਇੱਦਾਂ ਦਾ ਬਿਜ਼ਨਸ ਸੈਟਅਪ ਕਰ ਲਿਆ, ਅੱਜ ਟੌਪ 10 ਬਿਜ਼ਨਸਮੈਨ ਦੇ ਵਿੱਚ ਤੁਹਾਡਾ ਨਾਂ। ਫਿਰ ਉਹ ਕੋਟਾ ਵਾਲੀ ਨੌਕਰੀ ਤੋਂ ਇੱਧਰ ਨੂੰ ਕਿਵੇਂ ਆਏ ਤੁਸੀਂ? ਇਸ ਤਰ੍ਹਾਂ ਜਦੋਂ ਮੈਂ ਨੌਕਰੀ ਕਰਦਾ ਸੀ, ਮੈਂ ਉਹਨਾਂ ਦੀ ਸਵਿਮਿੰਗ ਟੀਮ 'ਚ ਸੀਗਾ, DCM ਦੀ ਸਵਿਮਿੰਗ ਟੀਮ 'ਚ। ਜਿਸ ਤਰ੍ਹਾਂ JCT ਵਾਲਿਆਂ ਦੇ ਇੱਥੇ ਫੁੱਟਬਾਲ ਟੀਮ ਸੀ, ਇੱਦਾਂ ਦੇ ਅਲੱਗ-ਅਲੱਗ ਕਲੱਬਾਂ ਦੀ ਕੰਪਨੀ ਵਾਲਿਆਂ ਨੇ ਆਪਣੀਆਂ ਟੀਮਾਂ ਬਣਾਈਆਂ ਹੁੰਦੀਆਂ ਸੀ, ਅਤੇ ਮੈਂ ਸਵਿਮਿੰਗ ਦੀ ਟੀਮ ਸੀ ਉਹਨਾਂ ਦੀ। ਜਦੋਂ ਵੀ ਨੈਸ਼ਨਲ ਹੋਣੀ ਤਾਂ ਮੈਂ ਉਹ DCM ਕੰਪਨੀ ਨੂੰ ਰਿਪਰੈਜ਼ੈਂਟ ਕਰਨ ਲਈ ਨੈਸ਼ਨਲ ਲੈਵਲ 'ਤੇ ਖੇਡਦਾ ਹੁੰਦਾ ਸੀ। ਅਤੇ 1984 ਦੀ ਗੱਲ ਹੈ, ਜਦੋਂ ਮੈਂ ਨੈਸ਼ਨਲ ਖੇਡਣ ਗਿਆ ਸੀਗਾ DCM ਵੱਲੋਂ ਪੰਜਾਬ ਦੀ ਟੀਮ ਦੇ ਨਾਲ ਹੋ ਕੇ ਕਲਕੱਤਾ। ਅਤੇ ਜਿਸ ਤਰ੍ਹਾਂ ਹੀ ਜਦ ਅਸੀਂ ਇੱਥੇ ਪਹੁੰਚੇ ਕਲਕੱਤੇ, ਕੰਪੀਟੀਸ਼ਨ ਨੈਕਸਟ ਡੇ ਸਟਾਰਟ ਹੋਣਾ ਸੀ, ਅਤੇ ਸਾਨੂੰ ਅਸੀਂ ਪੜ੍ਹਦੇ ਸੀ ਸਕੂਲਾਂ ਕਾਲਜਾਂ 'ਚ, ਇੰਨੀ ਮੈਚੋਰਿਟੀ ਤਾਂ ਹੁੰਦੀ ਨਹੀਂ, ਬਚਪਨ ਹੁੰਦਾ। ਅਤੇ ਅਸੀਂ ਕਿਹਾ ਚਲੋ ਜੀ ਬਾਜ਼ਾਰ ਘੁੰਮ ਕੇ ਆਉਂਦੇ ਹਾਂ। ਅਸੀਂ ਸੁਣਿਆ ਸੀਗਾ ਵੀ ਏਅਰ ਕੰਡੀਸ਼ਨ ਮਾਰਕੀਟ ਕਲਕੱਤੇ ਬਣੀ ਹੈ, ਕਿਉਂਕਿ ਅੱਜ ਕੱਲ੍ਹ ਤਾਂ ਸ਼ਾਪਿੰਗ ਮਾਲ ਸਭ ਕੁਛ ਏਅਰ ਕੰਡੀਸ਼ਨ, ਉਹਨਾਂ ਦਿਨਾਂ 'ਚ ਤਾਂ ਦੁਕਾਨਾਂ ਹੀ ਹੁੰਦੀਆਂ ਸੀਗੀਆਂ। ਅਤੇ ਇੰਡੀਆ ਦੀ ਮੇਰੇ ਹਿਸਾਬ ਨਾਲ ਪਹਿਲੀ ਇਹ ਮਾਰਕੀਟ ਹੈ ਜਿਹੜੀ ਏਅਰ ਕੰਡੀਸ਼ਨ ਸੀ, ਜਿਹਨੂੰ ਅਸੀਂ ਕਹਿੰਦੇ ਨਿਊ ਮਾਰਕੀਟ। ਅਸੀਂ ਸਾਰੇ ਪੰਜਾਬ ਦੇ ਮੁੰਡੇ ਉੱਥੇ ਗਏ, ਬੱਸ 'ਚ ਬਹਿ ਕੇ, ਟਰਾਮ ਹੁੰਦੀ ਸੀ ਉੱਥੇ ਲੋਕਲ ਚੱਲਦੀ, ਟਰਾਮ 'ਚ ਬੈਠ ਕੇ ਉੱਥੇ ਗਏ। ਅਤੇ ਉੱਥੇ ਜਦੋਂ ਅੰਦਰ ਗਏ, ਅਸੀਂ ਬੜੇ ਖੁਸ਼ ਦੇਖ ਕੇ ਵੀ ਮਾਰਕੀਟ ਵੀ ਏਅਰ ਕੰਡੀਸ਼ਨ ਲੱਗਾ ਅੰਦਰ, ਤਾਂ ਬੰਦਾ ਇੱਥੇ ਹੀ ਬੈਠਾ ਰਹੇ ਸਾਰਾ ਦਿਨ। ਲੇਕਿਨ ਜਦੋਂ ਦੁਪਹਿਰ ਦਾ ਟਾਈਮ ਹੋਇਆ ਤਾਂ ਹੌਲੀ ਹੌਲੀ ਦੁਕਾਨਾਂ ਬੰਦ ਹੋਣ ਲੱਗ ਪਈਆਂ, ਅਤੇ ਮਾਹੌਲ ਥੋੜ੍ਹਾ ਜਿਹਾ ਟੈਂਸ ਜਿਹਾ ਲੋਕਾਂ ਦੇ ਚਿਹਰੇ 'ਤੇ ਨਜ਼ਰ ਆਉਣ ਲੱਗ ਪਿਆ। ਤਾਂ ਸਾਨੂੰ ਇੱਕ ਬੰਗਾਲੀ ਸੀ ਉੱਥੇ, ਉਹ ਕਹਿੰਦਾ ਬਈ ਦਿੱਲੀ 'ਚ ਨਾ ਇੰਦਰਾ ਗਾਂਧੀ ਦਾ ਮਰਡਰ ਹੋ ਗਿਆ, ਅਤੇ ਮਰਡਰ ਜਿਹਨੇ ਕੀਤਾ ਉਹ ਕੋਈ ਸਰਦਾਰ ਹੈ, ਕਿਉਂਕਿ ਸਾਡੇ ਸਿਰ 'ਤੇ ਪਟਕੇ ਬੰਨੇ ਸੀ, ਸ਼ਕਲੋਂ ਤਾਂ ਪਤਾ ਲੱਗ ਹੀ ਜਾਂਦਾ ਵੀ ਅਸੀਂ ਪੰਜਾਬੀ ਹਾਂ। ਅਤੇ ਉਹ ਕਹਿੰਦਾ ਵੀ ਤੁਸੀਂ ਨਾ ਇੱਦਾਂ ਕਰੋ, ਤੁਸੀਂ ਇੱਥੋਂ ਨਿਕਲ ਜਾਓ, ਅਤੇ ਹਾਲਾਤ ਬਹੁਤ ਠੀਕ ਨਹੀਂ ਹੈਗੇ, ਕਿਉਂਕਿ ਉਹਨਾਂ ਦਿਨਾਂ 'ਚ ਨਾ ਕੋਈ TV, ਨਾ ਕੋਈ ਰੇਡੀਓ, ਨਾ ਕੋਈ ਟੈਲੀਫੋਨ, ਇੱਦਾਂ ਦਾ ਕੁਛ ਨਹੀਂ ਹੁੰਦਾ ਸੀ। ਅਸੀਂ ਫੇਰ ਵੀ ਹੱਸਦੇ ਖੇਡਦੇ ਰਹੇ, ਲੇਕਿਨ ਹੌਲੀ ਹੌਲੀ ਦੇਖਿਆ ਤਾਂ ਬਾਜ਼ਾਰ ਸਾਰਾ ਹੀ ਬੰਦ ਹੋ ਗਿਆ। ਫਿਰ ਅਸੀਂ ਜਿੱਦਾਂ ਹੀ ਬਾਹਰ ਨਿਕਲੇ, ਕਿਉਂਕਿ ਬੰਦ ਸੀ ਏਅਰ ਕੰਡੀਸ਼ਨ ਮਾਰਕੀਟ, ਜਿੱਦਾਂ ਅਸੀਂ ਮੇਨ ਰੋਡ 'ਤੇ ਬਾਹਰ ਨਿਕਲੇ ਤਾਂ ਦੇਖਿਆ ਇੱਧਰੋਂ ਧੂੰਆਂ ਨਿਕਲਿਆ, ਇੱਧਰੋਂ ਅੱਗਾਂ ਲੱਗੀਆਂ, ਥਾਂ ਧੂੰਆਂ ਨਿਕਲੇ, ਤਾਂ ਸਾਨੂੰ ਥੋੜ੍ਹਾ ਟੈਨਸ਼ਨ ਹੋ ਗਿਆ। ਤਾਂ ਫਿਰ ਸਾਨੂੰ ਇੰਨਾ ਥੋੜ੍ਹਾ ਜਿਹਾ ਆਈਡੀਆ ਸੀ ਵੀ ਜਦੋਂ ਅਸੀਂ ਕੰਪੀਟੀਸ਼ਨ ਸਾਡਾ ਜਿਹੜਾ ਕਰਵਾ ਰਿਹਾ ਹੈ, ਜਿਹੜਾ ਆਰਗੇਨਾਈਜ਼ਿੰਗ ਸੈਕਟਰੀ ਹੈ, ਜਿਹੜਾ ਉੱਥੇ ਦਾ ਟੂਰਨਾਮੈਂਟ ਕਰਵਾਉਣ ਵਾਲਾ, ਉਹ ਕੋਈ ਇਹਨਾਂ ਦਾ ਵੈਸਟ ਬੰਗਾਲ ਪੁਲਿਸ ਦਾ ਕੋਈ ਬਹੁਤ ਸੀਨੀਅਰ ਅਫਸਰ ਹੈ। ਅਤੇ ਅਸੀਂ ਇੰਨਾ ਕਿ ਚਲੋ ਪਰਮਾਤਮਾ ਨੇ ਸਮੱਤ ਦਿੱਤੀ, ਥੋੜ੍ਹਾ ਦਿਮਾਗ ਲੱਗ ਗਿਆ, ਕਾਮਨ ਸੈਂਸ ਲੱਗੀ, ਅਸੀਂ ਇਮੀਡੀਏਟਲੀ ਉੱਥੋਂ ਟੈਕਸੀ ਕੀਤੀ, ਅਤੇ ਟੈਕਸੀ ਵਾਲੇ ਨੇ ਕਿਹਾ ਵੀ ਸਾਨੂੰ ਇੱਦਾਂ ਕਰ, ਤੂੰ ਜਿਹੜਾ ਨੇੜੇ ਦਾ ਸਾਨੂੰ ਪੁਲਿਸ ਸਟੇਸ਼ਨ ਆ ਉਹ ਸਾਨੂੰ ਉੱਥੇ ਲੈ ਜਾ। ਕਹਿੰਦਾ ਬੈਠੋ ਜੀ। ਅਸੀਂ ਬਹਿ ਗਏ। ਜਿੱਦਾਂ ਹੀ ਚੱਲਣ ਲੱਗਾ, ਅੱਗੋਂ ਰਸਤਾ ਬੰਦ, ਜਲੂਸ ਆ ਗਿਆ, ਅੱਗਾਂ ਲੱਗੀਆਂ। ਫਿਰ ਉਹ ਗੱਡੀ ਮੋੜਨ ਲੱਗਾ ਤਾਂ ਪਿੱਛੇ ਵੀ ਇਹੀ ਹਾਲ। ਲੇਕਿਨ ਉਹ ਡਰਾਈਵਰ ਬਹੁਤ ਅੱਛਾ ਸੀ, ਉਹਨੇ ਆਪਣੇ ਟੈਕਸੀ ਦੇ 2 ਪਹੀਏ, ਅੰਬੈਸਡਰ ਕਾਰ ਸੀਗੀ, 2 ਪਹੀਏ ਫੁੱਟਪਾਥ ਦੇ ਉੱਤੇ ਚੜ੍ਹਾ ਕੇ ਸਾਈਡ ਤੋਂ ਘੁਮਾ ਫਿਰਾ ਕੇ ਗਲੀਆਂ ਵਿੱਚੋਂ ਲਿਜਾਂਦਾ ਸਾਨੂੰ ਉੱਥੇ ਪੁਲਿਸ ਥਾਣੇ ਲੈ ਗਿਆ। ਅਸੀਂ ਉੱਥੇ ਜਿਹੜਾ SHO ਸੀ ਉਹਨੂੰ ਮਿਲੇ, ਉਹਨੂੰ ਦੱਸਿਆ ਵੀ ਅਸੀਂ ਪੰਜਾਬ ਦੀ ਟੀਮ ਤੋਂ ਆਏ ਹਾਂ, ਅਤੇ ਬਾਹਰ ਸਾਡੇ ਹਾਲਾਤ ਬਹੁਤ ਠੀਕ ਨਹੀਂ ਹੈਗੇ। ਉਹ ਕਹਿੰਦੇ ਸਾਨੂੰ ਬਿਠਾਇਆ, ਅਤੇ ਨਾਲ ਹੀ ਉਹਨੇ ਵਾਇਰਲੈਸ 'ਤੇ ਆਪਣੇ ਹੌਟਲਾਈਨ 'ਤੇ ਜਿਹੜੀ ਉਹਨਾਂ ਦੀ ਗੱਲ ਕੀਤੀ ਹੈ ਆਪਣੇ ਪੁਲਿਸ ਹੈੱਡਕੁਆਟਰ 'ਚ, ਅਤੇ ਵੀ ਇੱਥੇ ਪੰਜਾਬ ਦੇ ਕੋਈ ਲੜਕੇ ਇੱਥੇ ਆਏ ਆ। ਤਾਂ ਉਹਨਾਂ ਨੇ ਜਿੱਦਾਂ ਹੀ ਉਹਨਾਂ ਨੂੰ ਮੈਸੇਜ ਦਿੱਤਾ ਵੀ ਇਹਨਾਂ ਨੂੰ ਪੂਰੀ ਸਿਕਿਉਰਿਟੀ ਦਿੱਤੀ ਜਾਏ, ਤਾਂ ਚਲੋ ਫਿਰ ਸਾਨੂੰ ਉੱਥੇ ਬਿਠਾਇਆ, ਚਾਹ ਚੂਹ ਵੀ ਪਿਲਾਈ। ਅਤੇ ਰਾਤ 12-1 ਵਜੇ ਫਿਰ ਪੂਰੀ ਗਾਰਦ ਆਈ, CRPF ਦੀ, ਉਹਨਾਂ ਦੀ ਜੋ ਪੂਰੀ ਪੁਲਿਸ ਬੰਦ ਗੱਡੀ 'ਚ ਤਰਪਾਲ ਨਾਲ ਢੱਕੀ ਸੀ, ਸਾਨੂੰ ਉਸ 'ਚ ਬਿਠਾ ਕੇ ਬੰਦ ਕਰ ਦਿੱਤਾ। ਲੈ ਕੇ ਸਾਨੂੰ ਰਾਤੋਂ ਰਾਤ ਉਹ ਪੁਲਿਸ ਹੈੱਡਕੁਆਟਰ, ਜਿਹੜਾ ਉਹਨਾਂ ਲਾਲ ਬਾਜ਼ਾਰ 'ਚ ਜਿਹੜਾ ਪੁਲਿਸ ਹੈੱਡਕੁਆਟਰ ਹੈ, ਸਾਨੂੰ ਉੱਥੇ ਲੈ ਗਏ। ਉਹ ਸਾਰੀ ਰਾਤ ਉੱਥੇ ਰੱਖਿਆ। ਅਗਲੇ ਦਿਨ ਵੀ ਦੁਪਹਿਰ ਤੱਕ ਅਸੀਂ ਉੱਥੇ ਰਹੇ, ਰਾਤ ਤੱਕ ਫਿਰ ਉੱਥੇ ਹੀ ਸੀਗੇ। ਫਿਰ ਰਾਤ ਸਾਨੂੰ ਪੂਰੀ ਪੰਜਾਬ ਦੀ ਟੀਮ ਨੂੰ ਉਹਨਾਂ ਨੇ ਸਾਲਟ ਲੇਕ ਸਟੇਡੀਅਮ, ਅਜੇ ਨਵਾਂ ਸਟੇਡੀਅਮ ਬਣਿਆ ਸੀ ਜਿੱਥੇ ਅੱਜ ਕੱਲ੍ਹ IPL ਦੇ ਫਾਈਨਲ ਮੈਚ ਹੁੰਦੇ, ਉਸ ਦਾ ਨਵਾਂ ਸਟੇਡੀਅਮ ਬਣਿਆ ਸੀ, ਅਤੇ ਸਾਰੀ ਪੰਜਾਬ ਦੀ ਟੀਮ ਨੂੰ ਉਹਨਾਂ ਨੇ ਸੁਰੱਖਿਆ ਦੇ ਕੇ ਉੱਥੇ ਸ਼ਿਫਟ ਕਰ ਦਿੱਤਾ। ਤਾਂ ਫਿਰ ਜਦੋਂ ਦੰਗੇ ਦੁੰਗੇ ਹੋ ਗਏ,
ਥੋੜਾ ਸ਼ਾਂਤ ਹੋਇਆ। ਫਿਰ ਉੱਥੋਂ ਅਸੀਂ ਵਾਪਸ ਮੈਂ ਕੋਟਾ ਆਇਆ। ਲੇਕਿਨ 84 ਤੋਂ ਬਾਅਦ ਜਿਹੜੇ ਨੇ ਉਹ ਟਾਈਮ ਦੇਖਿਆ, ਆਪਣੇ ਪਿੰਡੇ ਹੰਢਾਇਆ, ਉਹ ਇਸ ਗੱਲ ਨੂੰ ਸਮਝਣਗੇ ਵੀ 84 ਤੋਂ ਬਾਅਦ ਪੰਜਾਬ ਤੋਂ ਬਾਹਰ ਸਿੱਖਾਂ ਦੇ ਹਾਲਾਤ ਕੋਈ ਬਹੁਤੇ ਇੰਨੇ ਅੱਛੇ ਨਹੀਂ ਸੀ। ਕੋਈ ਵੀ ਸਿੱਖ ਜਦੋਂ ਜਾਂਦਾ ਸੀ ਬਾਹਰ ਪੰਜਾਬ ਦੇ, ਤਾਂ ਸਾਰੀ ਦੁਨੀਆ ਘੂਰ ਕੇ ਦੇਖਦੀ ਹੁੰਦੀ ਸੀ ਵੀ ਇਹ ਉਗਰਵਾਦੀ। ਕੋਈ ਜਿਹਦੇ ਸਿਰ ਤੇ ਪੱਗ ਬੰਨੀ, ਸਾਰੇ ਦੁਨੀਆ ਇਹੀ ਸੋਚਦੀ ਹੁੰਦੀ ਸੀ ਵੀ ਇਹ ਉਗਰਵਾਦੀ ਹੈ। ਤਾਂ ਹਾਲਾਤ ਬਹੁਤੇ ਇੰਨੇ ਸੁਖਾਵੇਂ ਨਹੀਂ ਸੀ। ਤਾਂ ਫਿਰ ਫਾਦਰ ਨੇ ਮਨਾ ਵੀ ਕਿ ਸਾ ਦੇਖੋ, ਜਾਨ ਹੈ ਤਾਂ ਜਹਾਨ ਹੈ, ਤੂੰ ਪਹਿਲਾਂ ਛੱਡ ਪਰਾਂ, ਅਸੀਂ ਨੌਕਰੀ ਨਹੀਂ ਸੀ ਕਰਾਉਣੀ, ਤੂੰ ਵਾਪਸ ਆ ਜਾ। ਤੇ ਫਿਰ ਮੈਂ 85 ਦੇ ਐਂਡ 'ਚ 86 ਦੇ ਸ਼ੁਰੂ ਤੇ ਆਲਮੋਸਟ ਫਿਰ ਮੈਂ ਉੱਥੇ ਨੌਕਰੀ ਛੱਡ ਦਿੱਤੀ ਆਪਣੀ। ਤੇ ਆਪਣਾ ਸਾਡਾ ਫੈਮਿਲੀ ਦਾ ਬਿਜ਼ਨਸ ਜਿਹੜਾ ਤਦ ਤੱਕ ਪਹਿਲਾਂ ਫੜੀ ਲਗਾਉਂਦੇ ਸੀ ਫਾਦਰ, ਤਦ ਤੱਕ ਆੜਤ ਦਾ ਕੰਮ ਸਾਡਾ ਸੀਗਾ ਇੱਥੇ ਨਵੀਂ ਸਬਜ਼ੀ ਮੰਡੀ। ਫਿਰ ਉੱਥੇ ਆਪਾਂ ਸ਼ੁਰੂ ਫਾਦਰ ਨੂੰ ਜੁਆਇਨ ਕੀਤਾ। ਤੇ ਜਿੱਦਾਂ ਤੁਸੀਂ ਗੱਲ ਕੀਤੀ ਵੀ ਸ਼ੇਅਰ ਮਾਰਕੀਟ ਕਿੱਦਾਂ ਆਏ, ਸਾਡੇ ਨਾਲ ਕੋਟੇ ਇੱਕ ਨੌਕਰੀ 'ਚ ਇੱਕ ਮੇਰੇ ਨਾਲ ਕੁਲੀਗ ਹੁੰਦਾ ਸੀ, ਉਹ ਰਾਜਸਥਾਨ ਦਾ ਹੀ ਸੀਗਾ। ਉਹ ਇੱਦਾਂ ਪਬਲਿਕ ਇਸ਼ੂ ਜਦੋਂ ਆਣੇ ਨਾ ਕੰਪਨੀਆਂ ਦੇ, ਤਾਂ ਫਾਰਮ ਭਰਦਾ ਹੁੰਦਾ ਸੀ। ਉਹ ਸਾਨੂੰ ਬਾਰ-ਬਾਰ ਕਹਿੰਦਾ ਹੁੰਦਾ ਤੁਸੀਂ ਵੀ ਲਾਇਆ ਕਰੋ, ਇਹ 'ਚ ਵੀ ਪੈਸੇ ਲਾਇਆ ਕਰੋ, ਇਹ 'ਚ ਕਮਾਈ ਹੁੰਦੀ ਹੈ। ਉਹੀ ਕਦੀ ਕਦੀ ਗੋਲਿਆ ਨਹੀਂ। ਫਿਰ 1990 ਦੇ ਵਿੱਚ ਇੱਦਾਂ ਹੀ ਇੱਕ ਇਸ਼ੂ ਆਇਆ। ਤੇ ਇਨੀਸ਼ੀਅਲ ਜਿਹੜੀ ਮੈਂ ਇਸ ਬਿਜ਼ਨਸ ਦੀ ਸਟਾਰਟ ਕਰਕੇ ਜਿਹੜੀ ਇਨਵੈਸਟਮੈਂਟ ਕੀਤੀ ਸੀ, ਮੈਂ ਖਾਲੀ 3000 ਰੁਪਏ ਨਾਲ ਮੈਂ ਇਹ ਬਿਜ਼ਨਸ ਸਟਾਰਟ ਕੀਤਾ 1990 ਦੇ ਵਿੱਚ। ਅੱਛਾ, ਸਿਰਫ 3000 ਰੁਪਏ ਲਾਇਆ ਸੀ ਜਦੋਂ ਪਹਿਲੀ ਵਾਰ? ਮੇਰਾ ਬਿਜ਼ਨਸ ਜਿਹੜਾ ਮੇਰਾ 3000 ਰੁਪਏ ਨਾਲ ਸਟਾਰਟ ਕੀਤਾ ਸੀ। ਹੌਲੀ ਹੌਲੀ 2 ਸਾਲਾਂ 'ਚ ਮੈਨੂੰ ਆਪਣੇ ਆਪ 'ਤੇ ਕੌਨਫੀਡੈਂਸ ਆ ਗਿਆ ਵੀ ਯਾਰ ਇਹ ਕੰਮ ਤਾਂ ਠੀਕ ਆ, ਇਹਨੂੰ ਜੇ ਸਹੀ ਤਰੀਕੇ ਨਾਲ ਕੀਤਾ ਜਾਏ ਤੇ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਚਲਾ ਸਕਦੇ ਹਾਂ। ਤੇ ਫਿਰ 1992 ਦੇ ਵਿੱਚ ਫਿਰ ਮੈਂ ਆਪਣਾ ਅਲਵਿਦਾ ਕਿਹਾ ਸਬਜ਼ੀ ਮੰਡੀ ਦੇ ਕੰਮ ਨੂੰ। ਤੇ 92 'ਚ ਫੁੱਲ ਫਲੈਜ ਜਿਹੜਾ 1 ਅਪ੍ਰੈਲ ਨੂੰ ਮੈਂ ਇਹ ਕੰਮ ਸਟਾਕ ਮਾਰਕੀਟ ਦਾ ਐਜ਼ ਏ ਆਫਿਸ ਖੋਲ੍ਹ ਕੇ ਮੈਂ ਪ੍ਰੋਪਰਲੀ ਸ਼ੁਰੂ ਕੀਤਾ। ਅੱਛਾ, ਇੱਧਰ ਆ ਗਏ ਆਪਾਂ। ਇਹ ਬੜੀ ਚੀਜ਼ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਆਪਾਂ ਦੇਖਦੇ ਹੀ ਨਹੀਂ ਪੰਜਾਬ ਵਾਲੇ ਪਾਸੇ, ਤਾਂ ਇਸ ਮਾਰਕੀਟ ਦੇ ਵਿੱਚ, ਇਸ ਲਾਈਨ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਦੇਖਦੇ ਹਾਂ। ਤੁਸੀਂ ਟੌਪ 10 ਬਿਜ਼ਨਸਮੈਨ ਦੇ ਵਿੱਚ ਆਪਣਾ ਨਾਮ ਕਰ ਲਿਆ ਐਡ, ਹੈ ਨਾ। 3000 ਤੋਂ ਸਫ਼ਰ ਜਦੋਂ ਸ਼ੁਰੂ ਹੋਇਆ, ਲੱਗਦਾ ਸੀਗਾ ਵੀ ਇੱਥੇ ਤੱਕ ਪਹੁੰਚ ਜਾਓਗੇ? ਨਹੀਂ, ਦੇਖੋ ਜਦੋਂ ਵੀ ਆਪਾਂ ਮੰਜ਼ਿਲ 'ਤੇ ਜਾਂਦੇ ਨਾ, ਫੋਕਸ ਹੋਣਾ ਦਾ ਚਾਹੀਦਾ ਹਮਾਰਾ। ਜਿਹੜਾ ਜਦੋਂ ਵੀ ਲੰਬੀ ਜਰਨੀ 'ਤੇ ਜਾਣਾ ਹੋਏ ਤਾਂ ਇੱਕ ਕਦਮ ਤਾਂ ਪੁੱਟਣਾ ਹੀ ਪੈਣਾ। ਇੱਕ ਕਦਮ ਕਰਕੇ, ਇੱਕ ਪੌੜੀ ਚੜ੍ਹ ਕੇ ਬੰਦਾ ਇੱਥੇ ਤੱਕ ਪਹੁੰਚਦਾ। ਕਦੀ ਉੱਥੋਂ ਜਦੋਂ ਸ਼ੁਰੂ ਕੀਤਾ ਸੀ ਤਦ ਸੋਚਿਆ ਨਹੀਂ ਸੀ ਵੀ ਅਸੀਂ ਇੱਥੇ ਤੱਕ ਪਹੁੰਚ ਜਾਵਾਂਗੇ। ਲੇਕਿਨ ਇਹ ਜਿਹੜੀ ਜਰਨੀ ਰਹੀ ਹੈ, ਇਹ ਤਕਰੀਬਨ ਇਹ ਦੇਖ ਲਓ ਵੀ ਤਕਰੀਬਨ 92 ਤੋਂ ਲੈ ਕੇ 22 ਤੱਕ ਤੇ ਆਲਮੋਸਟ 30 ਸਾਲ ਦੀ ਜਰਨੀ ਹੈ ਜਿਹੜੀ ਇਹ। ਤੇ 2 ਸਾਲ ਦੀ ਪਹਿਲੀ 32 ਸਾਲ ਹੋ ਗਏ। ਇਹ 32 ਸਾਲ ਦੀ ਜਰਨੀ ਜਿਹੜੀ ਹੈ ਨਾ, ਇਹ ਸਮੂਥ ਨਹੀਂ ਹੈ। ਇਹਦੇ ਪਿੱਛੇ ਬਹੁਤ ਸਾਰੇ ਚੈਲੰਜਸ ਆਏ ਨੇ, ਬੜੀਆਂ ਸਾਰੀਆਂ ਮੁਸ਼ਕਲਾਂ ਆਈਆਂ ਨੇ, ਤਾਂ ਜਾ ਕੇ ਇੱਥੇ ਜਾ ਕੇ ਕਿਤੇ ਪਹੁੰਚੇ ਆ। ਵਿੱਚ ਬੜੇ ਸਾਰੇ ਚੈਲੰਜ ਆਏ ਨੇ, ਬਹੁਤ ਸਾਰੀਆਂ ਕਾਦੀ ਆਪਸ਼ਨ ਆਈਆਂ, ਉਹਦੀ ਵੀ ਗੱਲ ਕਰਾਂਗੇ। ਮੈਂ ਗੱਲ ਕਰਦਾ ਜਿੱਦਾਂ ਤੁਸੀਂ ਕਿ ਵੀ ਇਸ ਫੀਲਡ 'ਚ ਸਿੱਖ ਜਿਹੜੇ ਬਹੁਤ ਘੱਟ ਨਜ਼ਰ ਆਉਂਦੇ। ਬਿਲਕੁਲ ਇਹ ਸਵਾਲ ਸੀਗਾ ਮੇਰੇ ਜਿਹਨ ਦੇ। ਹਾਂ, ਇਸ ਤਰ੍ਹਾਂ ਹੈ, ਜਦੋਂ ਮੈਂ NSE ਦੀ ਇੱਥੇ ਮੈਂਬਰਸ਼ਿਪ ਲਈ ਐਕਸਚੇਂਜ ਦੀ, ਮੇਰੀ ਇੰਟਰਵਿਊ ਹੋਈ ਉੱਥੇ ਬੰਬੇ, 2008 ਦੀ ਗੱਲ ਹੈ। ਤੇ ਜਦੋਂ ਇੰਟਰਵਿਊ ਲਈ NSE ਨੈਸ਼ਨਲ ਸਟਾਕ ਐਕਸਚੇਂਜ ਦੇ ਬੋਰਡ ਦੇ ਵਿੱਚ, ਉਹਨਾਂ ਨੇ ਪੁੱਛਿਆ, ਜਦੋਂ ਪਹਿਲਾਂ ਤਾਂ ਮੇਰੀ ਪੱਗ ਬੰਨੀ ਸਿਰ ਦੇ ਉੱਤੇ, ਜਦੋਂ ਮੈਨੂੰ ਗਿਆ ਮੈਂ ਦੇਖਿਆ ਵੀ ਉਹ ਪਹਿਲੀ ਵਾਰ ਹੈਰਾਨ ਹੋ ਗਏ ਵੀ ਕੋਈ ਸਰਦਾਰ ਵੀ ਆਇਆ ਮੈਂਬਰ ਬਣਨ ਵਾਸਤੇ। ਤੋ ਨਾਰਮਲੀ ਸਾਡੇ ਫੀਲਡ ਦੇ ਵਿੱਚ ਜ਼ਿਆਦਾਤਰ ਮਾਰਵਾੜੀ ਔਰ ਗੁਜਰਾਤੀਆਂ ਦਾ ਬੋਲਬਾਲਾ ਰਿਹਾ, ਅੱਜ ਵੀ ਹੈਗਾ ਤੇ ਪਹਿਲਾਂ ਵੀ ਸੀਗਾ। ਤੇ ਉਸ ਟਾਈਮ 'ਤੇ ਜਦੋਂ ਮੈਨੂੰ ਇੰਟਰਵਿਊ 'ਤੇ ਬੁਲਾਇਆ ਤੇ ਉਹ 'ਚ 4-5 बोर्ड मेंबर बैठे, ਵਿੱਚ ਇੱਕ बोर्ड मेंबर ने मैंने पूछा भाई आप कहाँ से हो? तो मैंने बोला मैं पंजाब के होशियारपुर जिले में। तो ये होशियारपुर कहाँ हुआ? कहना हमने तो सुना है वहाँ पे जलंधर है, लुधियाना है, अमृतसर है, ये होशियारपुर कहाँ है? तो मैंने उन्होंने पूछा मैं आप कहाँ से हो? कहता मैं मलाड से हूँ। तो मैंने कहा जैसे जितना आपका मलाड है, जितनी आपकी मलाड की पॉपुलेशन है, होशियारपुर उससे भी बहुत छोटा है। तो फिर उन्हें मैंने सवाल पूछा भी ये ਹੁਸ਼ਿਆਰਪੁਰ ਐਡਾ ਹੀ ਛੋਟਾ ਸ਼ਹਿਰ ਹੈ ਤੇ ਤੁਸੀਂ ਐਡੇ ਛੋਟੇ ਸ਼ਹਿਰ 'ਚ ਰਹਿ ਕੇ ਬਿਜ਼ਨਸ ਕਿੱਦਾਂ ਚਲਾਓਗੇ? ਮੈਂ ਕਿਹਾ ਮੈਨੂੰ ਇਸ ਬਿਜ਼ਨਸ 'ਚ ਤਕਰੀਬਨ 10-15 ਸਾਲ ਹੋ ਗਏ, 15 ਸਾਲ ਹੋ ਗਏ ਮੈਨੂੰ ਆਲਰੇਡੀ, ਤੇ ਮੈਨੂੰ ਆਪਣੇ ਆਪ 'ਤੇ ਇੰਨਾ ਕੌਨਫੀਡੈਂਸ ਹੈਗਾ ਵੀ ਮੈਂ ਇਹ 'ਚ ਕਾਮਯਾਬ ਹੋ ਜਾਊਂਗਾ। ਤੇ ਚਲੋ ਐਨੀ ਹਾਓ ਉਹਨਾਂ ਨੇ ਮੈਂਬਰਸ਼ਿਪ ਮੈਨੂੰ ਦੇ ਦਿੱਤੀ। ਤੇ 2008 'ਚ ਅਸੀਂ ਸਭ ਤੋਂ ਪਹਿਲੇ ਮੈਂਬਰ ਜਿਹੜੇ ਸੀ NSE ਦੇ ਪੰਜਾਬ ਤੋਂ ਮੈਂ ਬਣੇ। ਉਸ ਤੋਂ ਬਾਅਦ 4-5 ਮੈਂਬਰ ਹੋਰ ਵੀ ਬਣੇ ਨੇ ਇਸ ਸਟਾਕ ਐਕਸਚੇਂਜ ਦੇ, ਨੈਸ਼ਨਲ ਸਟਾਕ ਐਕਸਚੇਂਜ ਦੇ। ਅੱਛਾ, ਜਿਵੇਂ ਚੈਲੰਜਸ ਦੀ ਗੱਲ ਕੀਤੀ ਹੈ, ਇੱਕ ਪਹਿਲੇ ਨੰਬਰ ਤੋਂ ਤਾਂ ਇਹੀ ਸਵਾਲ ਆ ਜਾਂਦਾ, ਕਹਿੰਦੇ ਪੈਸਾ ਪੈਸੇ ਨੂੰ ਖਿੱਚਦਾ ਹੈ ਨਾ। ਉਹ ਵੀ ਇੱਕ ਬੜਾ ਵੱਡਾ ਚੈਲੰਜ ਹੁੰਦਾ ਵੀ ਕਿ ਅੱਜ ਸਬਜ਼ੀ ਦੀ ਦੁਕਾਨ ਵੀ ਪਾਉਣੀ ਹੈ ਤੇ ਰੁਪਈਆ 15 ਤੋਂ 20 ਹਜ਼ਾਰ ਜੇਬ ਦੇ ਵਿੱਚ ਹੋਵੇ ਤਾਂ 15-20 ਹਜ਼ਾਰ ਦੀ ਮੈਨੂੰ ਲੱਗਦਾ ਰੇਹੜੀ ਬਣਦੀ ਹੈ। ਉਹ ਸੈਟਅਪ ਜਿਹਾ ਹੀ ਬਣਦਾ ਹੋਊਗਾ, ਉਹਨੂੰ ਇਨਫਰਾਸਟਰਕਚਰ ਹੀ ਲੱਗ ਜਾਂਦਾ ਹੋਊਗਾ, ਫਿਰ ਸਬਜ਼ੀ ਵੀ ਲਿਆਉਣੀ। ਕਹਿੰਦੇ ਪੈਸਾ ਪੈਸੇ ਨੂੰ ਖਿੱਚਦਾ ਹੈ। ਲੱਗਾ ਜ਼ਿੰਦਗੀ ਦੇ ਵਿੱਚ ਵੀ ਜਿਹਦੇ ਕੋਲ ਪੈਸਾ ਫਿਰ ਉਹੀ ਵੱਡੇ ਬਿਜ਼ਨਸ ਕਰ ਸਕਦਾ? ਨਹੀਂ, ਮੈਂ ਇਸ ਗੱਲ ਨਾਲ ਪੂਰੀ ਤਰ੍ਹਾਂ ਇਤਫਾਕ ਨਹੀਂ ਰੱਖਦਾ। ਬਿਲਕੁਲ ਠੀਕ ਹੈ ਵੀ ਇਸ ਗੱਲੋਂ ਵੀ ਕੋਈ ਵੀ ਕੰਮ ਕਰਨਾ ਪੈਸਾ ਤਾਂ ਉਹਦੇ ਲਈ ਚਾਹੀਦਾ, ਲੇਕਿਨ ਮੈਂ ਸਮਝਦਾ ਸਭ ਤੋਂ ਵੱਡੀ ਗੱਲ ਸਾਫ਼ ਨੀਅਤ
ਤੇ ਮਿਹਨਤ ਜਿਹੜੀ ਆ ਉਹ ਪਹਿਲਾਂ ਹੋਣਾ ਚਾਹੀਦਾ। ਪੈਸਾ ਜੇ ਤੁਸੀਂ ਆਪਣੀ ਨੀਅਤ ਤੁਹਾਡੀ ਸਹੀ ਹੈ ਨਾ, ਤੁਸੀਂ ਥੋੜਾ ਫਿਊਚਰ ਨੂੰ ਫੋਰਸ ਹੀ ਕਰ ਸਕਦੇ ਆ ਤਾਂ ਪੈਸਾ ਤੁਹਾਡੇ ਆਪਣੇ ਆਪ ਪਿੱਛੇ ਆਏਗਾ। ਮੈਂ ਗੱਲ ਕਰਦਾ ਸੀ ਜਦੋਂ ਮੈਂ ਸ਼ੁਰੂ ਕੀਤਾ ਇਹ ਸਟਾਕ ਮਾਰਕੀਟ ਦਾ ਇਹ ਕੰਮ, ਸਾਡੇ ਹੁਸ਼ਿਆਰਪੁਰ 'ਚ 2 ਵੱਡੀਆਂ ਕਮੀਆਂ ਸੀਗੀਆਂ। ਕੋਈ ਬ੍ਰੋਕਰ ਨਹੀਂ ਸੀ ਇੱਥੇ। ਅਸੀਂ ਕੁਝ ਦੋਸਤ ਮਿੱਤਰ ਸੀ, ਇੱਕ ਹੋਟਲ 'ਚ ਬੈਠਦੇ ਹੁੰਦੇ ਸੀ ਐਤਵਾਰ ਦੇ ਐਤਵਾਰ, ਆਪਸ 'ਚ ਬੋਲੀ ਲਾ ਕੇ ਸੌਦੇ ਕਰ ਲੈਣੇ, ਅਗਲੇ ਹਫਤੇ ਅਸੀਂ ਸੈਟਲ ਕਰ ਲੈਣੇ, ਲੇਕਿਨ ਕੋਈ ਵੀ ਬ੍ਰੋਕਰ ਨਹੀਂ ਸੀ ਇੱਥੇ। ਜਦੋਂ ਵੀ ਅਸੀਂ ਕੋਈ ਐਕਸਚੇਂਜ 'ਚੋਂ ਸ਼ੇਅਰ ਪਰਚੇਜ ਜਾਂ ਸੇਲ ਕਰਨਾ ਪੈਂਦਾ ਸੀ, ਸਾਨੂੰ ਜਾਂ ਜਲੰਧਰ ਜਾਂ ਲੁਧਿਆਣੇ ਜਾਣਾ ਪੈਂਦਾ ਸੀ। ਇੱਕ ਤਾਂ ਸਾਡਾ ਉਹ ਵੈਕਿਊਮ ਸੀ ਹੁਸ਼ਿਆਰਪੁਰ ਇਸ ਗੱਲ ਦਾ, ਇਸ ਕਰਕੇ ਮੈਂ ਆਫਿਸ ਖੋਲ੍ਹਿਆ ਉਹ ਵੈਕਿਊਮ ਨੂੰ ਫਿਲ ਕਰਨ ਦੀ ਹੋਈ। ਦੂਸਰਾ ਸਭ ਤੋਂ ਵੱਡਾ ਵੈਕਿਊਮ ਸੀਗਾ ਇੱਥੇ ਵੀ ਜਦੋਂ ਵੀ ਉਹਨਾਂ ਦਿਨਾਂ 'ਚ ਪਬਲਿਕ ਇਸ਼ੂ ਆਉਂਦੇ ਸੀ। ਅੱਜ ਕੱਲ੍ਹ ਤਾਂ ਕੋਰ ਬੈਂਕਿੰਗ ਆ, ਆਨਲਾਈਨ ਬੈਂਕਿੰਗ ਆ, ਸਾਰਾ ਕੁਛ ਆਨਲਾਈਨ ਹੁੰਦਾ। ਉਹਨਾਂ ਦਿਨਾਂ 'ਚ ਐਸਾ ਕੁਝ ਨਹੀਂ ਸੀ। ਜਦੋਂ ਐਪਲੀਕੇਸ਼ਨ ਲਗਾਉਣੀ ਉਹ ਲੁਧਿਆਣੇ ਜਮ੍ਹਾਂ ਕਰਾਉਣੀ ਪੈਂਦੀ ਸੀ। ਅੱਛਾ ਜੀ। ਕਲੈਕਸ਼ਨ ਬੈਂਕ ਲੁਧਿਆਣਾ ਦੇ ਬੈਂਕ ਹੁੰਦੇ ਸੀ, ਹੁਸ਼ਿਆਰਪੁਰ 'ਚ ਕੋਈ ਬੈਂਕ ਨਹੀਂ ਹੁੰਦਾ ਸੀ। ਅੱਛਾ, ਕਿਉਂਕਿ ਹੁਣ ਤਾਂ ਕੰਪਿਊਟਰ ਇੰਟਰਨੈਟ ਆ ਗਿਆ, ਸਾਰਾ ਸਹੂਲਤਾਂ ਘਰ ਬੈਠੇ ਸਾਰਾ। ਉਸ ਲਈ ਫਿਜ਼ੀਕਲ ਫਾਰਮ ਹੁੰਦੇ ਸੀ, ਭਰ ਕੇ ਲੁਧਿਆਣੇ ਜਮ੍ਹਾਂ ਜਾਣਾ ਉੱਥੇ ਬੈਂਕ 'ਚ ਕਰਾਉਣ। ਤੇ ਮੈਂ ਆਪਣੇ ਵੀ ਬੈਂਕ ਜਮ੍ਹਾਂ ਕਰਾਉਂਦਾ ਸੀ, ਨਾਲੇ ਸਬ ਬ੍ਰੋਕਰ ਦਾ ਫਾਰਮ ਲਿਆ, ਆਪਣੀ ਮੋਹਰ ਲਗਾਉਣੀ, ਆਪਣੇ ਜਿੰਨੇ ਵੀ ਇੱਥੇ ਲੋਕੀ ਹੁਸ਼ਿਆਰਪੁਰ ਦੇ ਐਪਲੀਕੇਸ਼ਨ ਲਾਉਣਾ ਚਾਹੁੰਦੇ ਸੀ ਉਹਨਾਂ ਨੂੰ ਫਾਰਮ ਦਿੰਦਾ ਹੁੰਦਾ ਸੀ, ਉਹਨਾਂ ਕੋਲ ਭਰਵਾ ਕੇ ਫਿਰ ਲੁਧਿਆਣੇ ਜਾਣਾ ਛੱਡਣ, ਉਹਨਾਂ ਦੇ ਜਮ੍ਹਾਂ ਕਰਾਉਣੇ, ਫਿਰ ਵਾਪਸੀ ਆ ਕੇ ਉਹਨਾਂ ਨੂੰ ਰਸੀਦ ਦੇਣੀ ਹੈ। ਇਹਦੇ ਬਦਲੇ ਮੈਂ ਨੋਮੀਨਲ ਜੀ 10 ਰੁਪਏ ਫੀਸ ਉਹਨਾਂ ਕੋਲ ਚਾਰਜ ਕਰਦਾ ਸੀ। ਅੱਛਾ ਜੀ। ਉਹਨਾਂ ਦਿਨਾਂ ਦੀ ਗੱਲ ਕਰਦਾ। ਉਸ ਵੇਲੇ ਕੋਰ ਬੈਂਕਿੰਗ ਨਹੀਂ ਸੀ, ਚੈੱਕ ਜਿਹੜਾ ਸੀ ਉਹ ਲੁਧਿਆਣੇ ਦਾ ਲਗਾਉਣਾ ਪੈਂਦਾ ਸੀ ਸਾਨੂੰ, ਜਾਂ ਡਰਾਫਟ ਲਗਾਉਣਾ ਪੈਂਦਾ ਸੀ। ਉਹ ਲੱਗ ਗਿਆ, ਅਲੋਟਮੈਂਟ ਆ ਗਈ, ਠੀਕ ਆ, ਨਹੀਂ ਆਈ ਤੇ ਰਿਫੰਡ ਆਉਂਦਾ ਸੀ। ਉਹ ਰਿਫੰਡ ਵੀ ਜਿਹੜਾ ਚੈੱਕ ਆਇਆ ਉਹ ਫਿਰ ਸਾਨੂੰ ਲੁਧਿਆਣੇ ਜਮ੍ਹਾਂ ਕਰਾਉਣਾ ਪੈਂਦਾ ਸੀ, ਕਿਉਂਕਿ ਲੋਕਲ ਜਮ੍ਹਾਂ ਕਰਾਓ ਤੇ ਆਊਟਸਟੇਸ਼ਨ ਇੱਕ ਤਾਂ 15-20 ਦਿਨ ਲੱਗਦਾ ਸੀ ਕਲੀਅਰਿੰਗ ਹੋਣ ਨੂੰ, ਤੇ ਨਾਲੇ ਬੈਂਕ ਚਾਰजेस ਬਹੁਤ ਪੈ ਜਾਂਦੇ ਹੁੰਦੇ ਸੀ। ਇਸ ਕਰਕੇ ਜਿੰਨੇ ਵੀ ਲੋਕ ਐਪਲੀਕੇਸ਼ਨਾਂ ਲਾਉਂਦੇ ਸੀ ਉਹਨਾਂ ਸਭ ਨੇ ਆਪਣਾ ਅਕਾਊਂਟ ਲੁਧਿਆਣੇ ਖੁਲਾਇਆ। ਅੱਛਾ ਜੀ। ਤੇ ਉਹਨਾਂ ਦੇ ਵੀ ਫਿਰ ਮੈਂ ਚੈੱਕ ਲੈ ਕੇ ਉਹ ਵੀ ਮੈਂ ਲੁਧਿਆਣੇ ਜਮ੍ਹਾਂ ਕਰਾਉਂਦਾ ਸੀ, ਉਹਦਾ ਨੋਮੀਨਲ ਜਾਂ ਚਾਰजेस ਮੈਂ ਆਪਣੇ ਕੋਲ ਲੈਂਦਾ ਸੀ। ਇਹ ਵੀ ਮੇਰਾ ਸੋਰਸ ਆਫ ਇਨਕਮ ਸੀ। ਅੱਛਾ ਜੀ। ਤਾਂ ਇਹ ਵੈਕਿਊਮ ਨੂੰ ਦੇਖ ਕੇ ਫਿਰ ਮੈਂ 92 'ਚ ਆਫਿਸ ਸ਼ੁਰੂ ਕੀਤਾ ਜੀ। ਉਸ ਤੋਂ ਬਾਅਦ 1 ਅਪ੍ਰੈਲ ਨੂੰ ਆਫਿਸ ਸ਼ੁਰੂ ਕਰਦਾ। ਚੈਲੰਜ ਦੀ ਜਿਹੜੀ ਤੁਸੀਂ ਗੱਲ ਕੀਤੀ, ਸਭ ਤੋਂ ਵੱਡਾ ਮੇਰਾ ਪਹਿਲਾ ਚੈਲੰਜ ਆ ਗਿਆ, ਹਰਸ਼ਦ ਮਹਿਤਾ ਸਕੈਮ ਹੋਇਆ। ਹਾਂਜੀ। 23 ਅਪ੍ਰੈਲ 1992 ਨੂੰ ਉਹ ਹਰਸ਼ਦ ਮਹਿਤਾ ਸਕੈਮ ਬਾਹਰ ਪਤਾ ਲੱਗਾ ਵੀ ਆਹ ਗੜਬੜ ਹੋ ਗਈ ਆ, ਤੇ 15 ਦਿਨ ਲਈ 15-20 ਦਿਨ ਤਕਰੀਬਨ ਸਟਾਕ ਮਾਰਕੀਟ ਬੰਦ ਹੋ ਗਈ। ਹੁਣ ਉਹ ਤੁਸੀਂ ਇਮੇਜਿਨ ਕਰਕੇ ਦੇਖੋ ਵੀ ਸ਼ੇਅਰ ਬਾਜ਼ਾਰ ਦਾ ਕੰਮ ਨਾਰਮਲੀ ਗੁਜਰਾਤੀ ਮਾਰਵਾੜੀ ਜਿਹੜੇ ਬੰਬੇ ਮਹਾਰਾਸ਼ਟਰ ਜਾਂ ਮੈਟਰੋਪੋਲੀਟਨ ਸਿਟੀ ਉਹ ਤਾਂ ਲੋਕੀ ਸਮਝਦੇ ਸੀ ਜੀ। ਹੁਣ ਹੁਸ਼ਿਆਰਪੁਰ ਬੈਠੇ ਆ, ਲੋਕੀ ਸਮਝਦੇ ਨਹੀਂ ਸੀ ਇਹ ਵੀ ਗੱਲ। ਉਹ ਸਮਝਦੇ ਸੀ ਇੱਦਾਂ ਹੀ ਜਿੱਦਾਂ ਆਉਂਦੇ ਸੀ ਨਾ ਅੱਗੇ ਪਹਿਲਾਂ ਸਕੀਮਾਂ ਆਉਂਦੀਆਂ ਸੀ ਵੀ ਪੈਸੇ ਨਾ ਦਿਓ ਜੀ, 3 ਮਹੀਨੇ ਤੁਹਾਡੇ ਪੈਸੇ ਡਬਲ ਕਰਕੇ ਦੇ ਦਿੰਦੇ, ਤੇ ਬਾਅਦ 'ਚ ਉਹ ਕੀ ਦੇਖਦੇ ਸੀ, ਉਹ 6 ਮਹੀਨੇ ਸਾਲ ਬਾਅਦ ਬੰਦੇ ਭੱਜ ਭੁੱਜ ਜਾਂਦੇ ਸੀ ਲੋਕਾਂ ਦੇ ਪੈਸੇ ਲੈ ਕੇ। ਤੇ ਜਦੋਂ ਹੜਤਾਲ ਹੋਈ ਤਾਂ ਮੈਨੂੰ ਬਹੁਤ ਸਾਰੇ ਲੋਕਾਂ ਨੇ ਡਿਸਕਰੇਜ ਕੀਤਾ ਵੀ ਆ ਤੂੰ ਕਿਹੜੇ ਕੰਮਾਂ 'ਚ ਪੈ ਗਿਆ, ਤੂੰ ਆਪਣਾ ਮੰਡੀ ਦਾ ਕੰਮ ਕਰਦਾ ਉਹੀ ਕਰੀ ਜਾ, ਇਹ ਤਾਂ ਐਵੇਂ ਸਕੂਮਾਂ ਹੀ ਹੁੰਦੀਆਂ, ਅੱਜ ਹੈਗੀਆਂ ਕੱਲ ਨਹੀਂ ਹੈਗੀਆਂ, ਇਹ ਭੱਜ ਭੁੱਜ ਜਾਣੇ, ਤੇਰੇ ਮਰ ਪੁੱਟ ਜਾਣੇ ਪੈਸੇ। ਮੈਂ ਕਿਹਾ ਨਹੀਂ, ਇਹ ਮੈਨੂੰ ਕੌਨਫੀਡੈਂਸ ਸੀਗਾ ਵੀ ਇਹ ਮਾਰਕੀਟ ਬੰਦ ਨਹੀਂ ਹੋ ਸਕਦੀ, ਪਰਮਾਨੈਂਟ ਬੰਦ ਨਹੀਂ ਹੋ ਸਕਦੀ। ਉਹੀ ਹੋਇਆ। 15-20 ਦਿਨ ਬਾਅਦ ਜਾ ਕੇ ਉਹ ਮਾਰਕੀਟ ਜਦੋਂ ਸੌਰਟ ਆਊਟ ਹੋਇਆ ਤਾਂ ਖੁੱਲ੍ਹ ਗਈ ਬਾਜ਼ਾਰ, ਤੇ ਹੌਲੀ ਕਰਕੇ ਕੰਮ ਚੱਲਿਆ। ਥੋੜ੍ਹਾ ਜਿਹਾ ਕੌਨਫੀਡੈਂਸ ਬਣਨਾ ਸ਼ੁਰੂ ਹੋਇਆ, ਲੋਕੀ ਵੀ ਆਉਣੇ ਸ਼ੁਰੂ ਹੋਏ ਤੇ ਬਿਜ਼ਨਸ ਸਟਾਰਟ ਹੋਇਆ। ਅਗਲਾ ਵੱਡਾ ਚੈਲੰਜ ਆਇਆ 1994 ਦੇ ਵਿੱਚ। ਅੱਜ ਕੱਲ੍ਹ ਤਾਂ ਡੀਮੈਟ ਅਕਾਊਂਟ ਹੈ, ਆਨਲਾਈਨ ਸਾਰਾ ਕੁਝ। ਉਸ ਵੇਲੇ ਫਿਜ਼ੀਕਲ ਸ਼ੇਅਰ ਹੁੰਦੇ ਸੀ, ਸਰਟੀਫਿਕੇਟ ਹੁੰਦਾ ਸੀ, ਨਾਲ ਟਰਾਂਸਫਰ ਡੀਡ ਹੁੰਦੀ ਸੀ, ਉਹਦੇ ਪਿੱਛੇ ਸਾਈਨ ਕਰਕੇ ਕਲਾਇੰਟ ਜਿਹਨੇ ਵੇਚਣਾ ਸੀ ਸਾਨੂੰ ਦੇ ਦਿੰਦਾ ਸੀ। ਅਸੀਂ ਇੱਥੋਂ ਇਕੱਠਾ ਕਰਕੇ ਸਾਰੇ ਸ਼ੇਅਰ ਇੱਕ ਬੰਦ ਕਰਕੇ ਪਾਰਸਲ ਕੋਰੀਅਰ ਕਰਾਇਆ ਦਿੰਦਾ ਸੀ ਬੰਬੇ ਜੀ। ਤੇ ਉਹ ਰਸਤੇ 'ਚ ਪਾਰਸਲ ਚੋਰੀ ਹੋ ਗਿਆ 1994 ਦੀ। ਅੱਛਾ। ਔਰ ਉਹਦੀ ਵੈਲਿਊ ਸੀਗੀ ਤਕਰੀਬਨ 26 ਕੰਪਨੀਆਂ ਦੇ ਸ਼ੇਅਰ ਸੀਗੇ, ਤੇ 7.5 ਲੱਖ ਰੁਪਏ ਦੇ ਉਹ ਸ਼ੇਅਰ ਸੀਗੇ ਜਿਹੜੇ ਚੋਰੀ ਹੋਏ। ਅੱਛਾ। ਜਦੋਂ ਹੁਣ ਤੁਸੀਂ ਦੇਖੋ ਵੀ 90 'ਚ ਮੈਂ 3000 ਰੁਪਏ ਨਾਲ ਕੰਮ ਸ਼ੁਰੂ ਕੀਤਾ ਹੋਏ, ਤੇ 2-3 ਸਾਲਾਂ 4 ਸਾਲਾਂ 'ਚ ਮੇਰੀ ਨੈਟਵਰਥ ਕਿੰਨੀ ਕੁ ਹੋਊਗੀ? ਮੇਰੀ ਤਕਰੀਬਨ 1.5-2 ਲੱਖ ਰੁਪਏ ਦੀ ਨੈਟਵਰਥ ਹੋਣੀ ਟੋਟਲ। ਤੇ ਜਦੋਂ ਪਤਾ ਲੱਗਾ ਵੀ 7.5 ਲੱਖ ਦੀ ਚੋਰੀ ਹੋ ਗਈ, ਜਿਸ 'ਚ ਮੇਰਾ ਫਾਲਟ ਵੀ ਕੋਈ ਨਹੀਂ, ਰਸਤੇ 'ਚ ਚੋਰੀ ਹੋ ਗਿਆ, ਸਾਰੇ ਸ਼ਹਿਰ 'ਚ ਰੌਲਾ ਪੈ ਗਿਆ ਵੀ ਇਹ ਸਚਦੇਵਾ ਤਾਂ ਭੱਜ ਜਾਣਾ, ਇਹ ਤਾਂ ਪਾਰਸਲ ਚੋਰੀ ਹੋ ਗਿਆ, ਸਾਡੇ ਤਾਂ ਪੈਸੇ ਮਰ ਜਾਣੇ। ਤੇ ਉਹ ਬੜਾ ਤੁਸੀਂ ਦੇਖੋ ਅੱਜ ਤਾਂ ਹੁਣ ਸਟੋਰੀ ਲੱਗਦੀ ਹੈ, ਲੇਕਿਨ ਜਦੋਂ ਸਿਰ ਦੇ ਉੱਤੇ ਪਈ ਵੀ 7.5 ਲੱਖ ਰੁਪਏ ਇਹ ਨਹੀਂ, ਸਵੇਰੇ ਉੱਠ ਕੇ ਤੁਹਾਨੂੰ ਪਤਾ ਲੱਗਾ, ਤੇ ਨਾਲੇ ਹੀ ਇਹ ਪਤਾ ਲੱਗਦਾ ਵੀ ਤੁਹਾਡਾ ਇੰਨੀ ਨੈਟਵਰਥ ਵੀ ਹੈ ਨਹੀਂ। ਬੜੀ ਟੈਨਸ਼ਨ ਉਸ 'ਚ। ਮੇਰੇ ਵੇਲੇ ਮੇਰੀ ਵਾਈਫ ਨੇ ਮੈਨੂੰ ਬਹੁਤ ਸਾਥ ਦਿੱਤਾ। ਉਹਨੇ ਆਪਣੀ ਸਾਰੀ ਜੂਲਰੀ ਵੇਚ ਦਿੱਤੀ, ਕਹਿੰਦੀ ਮੇਰਾ ਜੂਲਰੀ ਰੱਖੋ, ਇਹਨੂੰ ਵੇਚ ਦਿਓ। ਮੇਰੇ ਘਰ ਜੋ ਕੁਝ ਵੀ ਸੇਲੇਬਲ ਸੀਗਾ, ਮੇਰੇ ਕੋਲ ਮੋਟਰਸਾਈਕਲ ਹੁੰਦਾ ਸੀ ਉਹ ਵੇਚ ਦਿੱਤਾ, ਕੈਮਰਾ ਸੀ ਉਹ ਵੇਚ ਦਿੱਤਾ, ਮਤਲਬ ਘਰ ਜੋ ਕੁਝ ਵਿਕ ਸਕਦਾ ਸੀ ਮੈਂ ਵੇਚ ਦਿੱਤਾ ਸਭ ਕੁਝ। ਕੁਝ ਲੋਨ ਮਿਲ ਸਕਦੇ ਸੀ, ਉਹ ਲੋਨ ਲਏ। ਲੋਨ ਲੈ ਕੇ ਉਹਨਾਂ ਦਿਨਾਂ 'ਚ 45 ਦਿਨ ਬਾਅਦ ਪੇਮੈਂਟ ਦੇਣੀ ਹੁੰਦੀ ਸੀ। ਮੈਂ ਸਾਰੀ ਕਲਾਇੰਟਾਂ ਦੀ ਪੇਮੈਂਟ 40-42 ਦਿਨਾਂ ਦਾ 40 ਦਿਨ ਤੱਕ ਸਭ ਦਾ ਪੈਸਾ ਆਨਾ ਪਾਈ ਸਭ ਦਾ ਦੇ ਦਿੱਤਾ।
ਲੇਕਿਨ ਮੇਰੇ ਸਿਰ ਤੇ ਕਰਜ਼ਾ ਬਹੁਤ ਚੜ ਗਿਆ। ਲੇਕਿਨ ਉਹਦੇ ਨਾਲ ਐਡਵਾਂਟੇਜ ਇਹ ਹੋਈ, ਲੋਕਾਂ ਨੂੰ ਇਹ ਕੌਨਫੀਡੈਂਸ ਆ ਗਿਆ ਵੀ ਇਹ ਬੰਦੇ ਦੀ ਨੀਅਤ ਸਾਫ਼ ਆ, ਭਰੋਸੇਯੋਗਤਾ ਹੋ ਗਈ। ਭਰੋਸੇਯੋਗਤਾ ਹੋ ਗਈ। ਤੇ ਮੇਰੇ ਕੋਲ ਤੁਸੀਂ ਇਹ ਬਿਲੀਵ ਨਹੀਂ ਕਰਨਾ, ਕੋਈ ਦਿੱਲੀ ਸਟਾਕ ਐਕਸਚੇਂਜ ਦੇ, ਲੁਧਿਆਣਾ ਸਟਾਕ ਐਕਸਚੇਂਜ ਦੇ ਜਿਹੜੇ ਮੈਂਬਰ ਸੀਗੇ, ਮੈਂ ਤਾਂ ਸਬ ਬ੍ਰੋਕਰ ਸੀ, ਜੀ ਜੀ, ਮੇਨ ਮੈਂਬਰ ਬੰਬੇ ਦਾ ਕੰਮ ਮੇਰੇ ਥਰੂ ਕਰਦੇ ਹੁੰਦੇ ਸੀ। ਅੱਛਾ ਜੀ। ਮੇਰਾ ਕੰਮ ਟੋਟਲੀ ਟਰਾਂਸਪੇਰੈਂਟ ਸੀ। ਪਹਿਲੇ ਦਿਨ ਤੋਂ 1992 ਚ ਜਦੋਂ ਮੈਂ ਸ਼ੁਰੂ ਕੀਤਾ ਕੰਮ, ਤਾਂ ਮੇਰੇ ਫੈਕਸ ਲੱਗੀ ਹੁੰਦੀ ਸੀ ਹੁਸ਼ਿਆਰਪੁਰ ਚ, ਕੋਈ ਫੈਕਸ ਸੀ ਮੇਰੇ ਕੋਲ ਪੂਰੇ। ਉਹ ਤੋਂ ਮੈਂ ਪੂਰੇ ਇੰਡੀਆ 'ਚ ਮੇਰੇ ਸਭ ਜਗ੍ਹਾ ਲਾਈਨ ਚੱਲਦੀ ਸੀ, ਕਲਕੱਤਾ, ਬੰਬੇ, ਅਹਿਮਦਾਬਾਦ, ਦਿੱਲੀ, ਲੁਧਿਆਣਾ, ਸਾਰੇ ਐਕਸਚੇਂਜ 'ਚ, ਮਦਰਾਸ, ਚੇਨਈ, ਉੱਥੇ ਫੈਕਸ ਜਾਣੀ, ਸ਼ਾਮ ਨੂੰ ਉਹਦੇ ਕਨਫਰਮੇਸ਼ਨ ਆਣੀ, ਉਹਦੇ ਬੇਸ ਦੇ ਉੱਤੇ ਮੈਂ ਸਾਰਿਆਂ ਨੂੰ ਟਰਾਂਸਪੇਰੈਂਟ ਵੇ ਨਾਲ ਦਿੰਦਾ ਸੀ। ਤੇ ਲੋਕਾਂ ਦਾ ਇੰਨਾ ਫੇਥ ਸੀਗਾ ਵੀ ਇੱਥੇ ਇਮਾਨਦਾਰੀ ਨਾਲ ਤੇ ਸੱਚਾਈ ਆ, ਬੇਈਮਾਨੀ ਹੈ ਨਹੀਂ। ਕਿਉਂਕਿ ਅੱਗੇ ਜਿੱਥੇ ਅਸੀਂ ਕੰਮ ਕਰਦੇ ਹੁੰਦੇ ਸੀ, ਸਾਨੂੰ ਬਹੁਤ ਵੱਡਾ ਟਾਂਕਾ ਲੱਗਦਾ ਸੀ ਕਮਿਸ਼ਨ ਤੋਂ ਇਲਾਵਾ। ਲੇਕਿਨ ਜਦੋਂ ਆਪਣੇ ਹੱਥੀਂ ਕੰਮ ਦੇ ਕਰਕੇ ਦੇਖਿਆ ਤਾਂ ਬਹੁਤ ਵਧੀਆ ਰੇਟ ਮਿਲਦੇ ਰਹੇ ਸਾਨੂੰ। ਤਾਂ ਇੰਨਾ ਕੌਨਫੀਡੈਂਸ ਬਣ ਗਿਆ ਪੂਰੇ, ਮਤਲਬ ਪੰਜਾਬ 'ਚ ਕੀ ਪੰਜਾਬ ਤੋਂ ਬਾਹਰ ਵੀ ਲੋਕਾਂ ਦਾ ਨਾਮ ਹੋ ਗਿਆ ਵੀ ਹੁਸ਼ਿਆਰਪੁਰ ਆ ਕੰਮ ਵਧੀਆ ਹੁੰਦਾ। ਉਹ ਹੋਇਆ ਚੈਲੰਜ, ਹੌਲੀ ਹੌਲੀ ਕੰਮ ਠੀਕ ਹੋਇਆ। ਫਿਰ ਅਗਲਾ ਚੈਲੰਜ ਆਇਆ ਸਨ 2000 ਦੇ ਵਿੱਚ। 2000 ਦੇ ਵਿੱਚ ਇੱਦਾਂ ਹੋਇਆ ਵੀ ਕੰਪਿਊਟਰ ਤਾਂ ਤਦ ਤੱਕ ਸ਼ੁਰੂ ਹੋ ਗਿਆ, ਲੇਕਿਨ ਅਜੇ ਵੀ ਗੁੱਡ ਫੇਥ ਦੇ ਉੱਤੇ ਕੰਮ ਹੁੰਦਾ ਸੀ। ਕੋਈ ਮਾਰਜਨ ਜਿੱਦਾਂ ਅੱਜ ਦੀ ਤਰੀਕ 'ਚ ਕੋਈ ਕੰਮ ਕਰਨਾ ਤਾਂ ਪਹਿਲੇ ਚੈੱਕ ਦੇਣਾ ਪੈਂਦਾ, ਫਿਰ ਕੰਮ ਸੌਦਾ ਪੈਂਦਾ, ਨਹੀਂ ਤਾਂ ਸੌਦਾ ਨਹੀਂ ਪੈਂਦਾ। ਉਸ ਵੇਲੇ ਗੁੱਡ ਫੇਥ ਹੁੰਦਾ ਸੀ, ਚਲੋ ਠੀਕ ਹੈ ਸ਼ਾਮ ਨੂੰ ਆ ਜੀ, ਕੱਲ੍ਹ ਨੂੰ ਆ ਜੀ, ਜ਼ਬਾਨ ਕਰਤੀ ਉੱਤੇ ਚੱਲਦਾ, ਜ਼ਬਾਨ ਤੇ ਚੱਲਦਾ ਹੁੰਦਾ ਸੀ ਕੰਮ। ਕੇਤਨ ਪਾਰਕ ਸਕੈਮ ਹੋਇਆ, ਇੱਕਦਮ ਮਾਰਕੀਟ ਡਾਊਨ ਕਰੈਸ਼ ਕੀਤੀ। 2000 ਸਾਲ ਦੀ ਗੱਲ ਆ। ਤੇ ਮੇਰੇ ਕੁਛ 2-3 ਕਲਾਇੰਟਾਂ ਨੂੰ ਲਾਸ ਹੋ ਗਿਆ 22 ਲੱਖ ਰੁਪਏ ਦਾ। ਅਲਟੀਮੇਟਲੀ ਉਹ ਅੱਜ ਤੱਕ ਨਹੀਂ ਆਏ। ਅੱਛਾ ਜੀ। ਅੱਜ ਦਿੰਦੇ ਆ, ਕੱਲ੍ਹ ਦਿੰਦੇ ਆ, ਹੁਣ 22 ਸਾਲ ਤਾਂ ਹੋ ਗਏ ਇਸ ਗੱਲ ਨੂੰ, ਅੱਜ ਤੱਕ ਤਾਂ ਨਹੀਂ ਆਏ। ਉਹ ਫੇਰ ਮੁੜ ਕੇ ਜੋ ਅਸੀਂ ਕਰਜ਼ੇ ਲਾਏ ਸੀ, ਫੇਰ ਮੁੜ ਕੇ ਉਸੇ ਤਰੀਕੇ ਨਾਲ ਕਰਜ਼ੇ 'ਚ ਆ ਗਏ, ਕਰਜ਼ੇ 'ਚ ਡੁੱਬ ਗਏ, ਸਾਰਾ ਕੁਝ ਫੇਰ ਤਹਿਸ ਨਹਿਸ, ਸਭ ਕੁਝ ਅਪਸੈਟ ਹੋ ਗਿਆ ਕੰਮ। ਲੇਕਿਨ ਹਿੰਮਤ ਨਹੀਂ ਹਾਰੀ। 1992 ਤੋਂ ਲੈ ਕੇ ਜਦੋਂ ਆਫਿਸ ਸ਼ੁਰੂ ਕੀਤਾ 2000 ਸਾਲ ਤੱਕ, ਜਿਹੜਾ 8 ਸਾਲ ਦਾ ਪੀਰੀਅਡ ਸੀ, ਇਹ 'ਚ ਮੈਂ ਤਕਰੀਬਨ 99.9% ਸਿਰਫ ਕਲਾਇੰਟ ਦਾ ਹੀ ਕੰਮ ਕਰਦਾ ਰਿਹਾ। ਅੱਛਾ ਜੀ। ਸਿਰਫ ਕਮਿਸ਼ਨ ਆਪਣੀ ਲੈਣੀ, ਕਲਾਇੰਟ ਦਾ ਕੰਮ ਕਰਨਾ। ਜਦੋਂ ਹੋਇਆ ਵੀ ਕਲਾਇੰਟ ਨੂੰ ਪ੍ਰੋਫਿਟ ਜਿਹਦਾ ਹੋਇਆ ਉਹ ਤਾਂ ਲੈ ਗਿਆ, ਕਿਉਂਕਿ ਕ੍ਰੈਸ਼ ਹੋਇਆ, ਕਈਆਂ ਦੀ ਮਾਈਨਸ ਪੋਜੀਸ਼ਨ ਖੜੀ ਸੀ, ਉਹਨਾਂ ਨੂੰ ਤਾਂ ਪ੍ਰੋਫਿਟ ਹੋਇਆ, ਉਹ ਲੈ ਗਏ। ਜਿਹਨੂੰ ਲਾਸ ਹੋਇਆ ਉਹ ਮੈਨੂੰ ਭਰਨਾ ਪੈ ਗਿਆ। ਫਿਰ ਮੈਂ ਇਹ ਸੋਚਿਆ ਵੀ ਜੇ ਲਾਸ ਮੈਂ ਹੀ ਭਰਨਾ ਤਾਂ ਮੈਂ ਆਪਣਾ ਕੰਮ ਕਿਉਂ ਨਾ ਕਰਾਂ। ਫਿਰ ਹੌਲੀ ਹੌਲੀ ਮੈਂ ਆਪਣਾ ਪਰਸਨਲ ਟ੍ਰੇਡਿੰਗ ਕਰਨੀ ਸ਼ੁਰੂ ਕੀਤੀ। ਉਸ ਤੋਂ ਬਾਅਦ ਫਿਰ 2-4 ਸਾਲ ਲੱਗੇ ਮੈਨੂੰ ਸੈਟਲ ਹੋਣ ਲੱਗਿਆ, ਕੰਮ ਹੋਰ ਬੜਾ ਵਧੀਆ ਚੱਲਿਆ। 2004 ਤੱਕ ਮੈਂ ਸਾਰਾ ਆਪਣਾ ਜੋ ਸਿਰ 'ਤੇ ਲੋਨ ਸੀ, ਕਰਜ਼ਾ ਸੀ, ਸਭ ਉਤਾਰ ਦਿੱਤੇ। 2004 ਜਾ ਕੇ ਮੈਂ ਕਰਜ਼ਾ ਮੁਕਤ ਹੋਇਆ। ਤੇ ਫਿਰ ਉਸ ਤੋਂ ਬਾਅਦ ਜਿਹੜਾ ਹੌਲੀ ਹੌਲੀ ਜਿਹੜਾ ਸਫ਼ਰ ਅੱਗੇ ਦਾ ਸ਼ੁਰੂ ਹੋਇਆ। ਅਖਬਾਰਾਂ ਵੇਚਣ ਵਾਲਾ ਸਫ਼ਰ ਸ਼ੁਰੂਆਤ ਹੁੰਦੀ ਹੈ, 400-500 ਰੁਪਏ ਬਣਦਾ ਹੋਊਗਾ, 2000 ਬਣ ਜਾਂਦਾ ਹੋਊਗਾ, ਵੱਧ ਤੋਂ ਵੱਧ 150 ਰੁਪਏ ਮਹੀਨੇ ਦੇ ਬਣਦੇ ਸੀ, ਹੈ ਨਾ। ਅੱਜ ਕਿੰਨੀ ਟਰਨਓਵਰ ਹੈਗੀ ਹੈ? ਟਰਨਓਵਰ ਸਾਡਾ ਬਿਜ਼ਨਸ 'ਚ ਦੇਖੋ, ਟਰਨਓਵਰ ਦਾ ਸਾਡੇ ਪ੍ਰੋਫਿਟੇਬਿਲਿਟੀ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਤੁਸੀਂ ਸੌਦਾ ਕਰ ਲਿਆ, ਟਰਨਓਵਰ 'ਚ ਤੁਹਾਡਾ ਆ ਜਾਣਾ। ਸ਼ਾਮ ਨੂੰ ਘਟ ਗਿਆ, ਉਹ 'ਚ ਲਾਸ ਹੋ ਗਿਆ ਤਾਂ ਵੀ ਟਰਨਓਵਰ ਹੈਗੀ ਹੈ, ਵੱਧ ਗਿਆ ਪ੍ਰੋਫਿਟ ਹੈਗਾ ਤਾਂ ਵੀ ਟਰਨਓਵਰ ਹੈਗੀ। ਟਰਨਓਵਰ ਨਾਲ ਪ੍ਰੋਫਿਟੇਬਿਲਿਟੀ ਦਾ ਕੋਈ ਲੈਣਾ ਦੇਣਾ ਨਹੀਂ। ਟਰਨਓਵਰ ਦੇ ਹਿਸਾਬ ਨਾਲ ਦੇਖੇ ਸਾਡਾ ਅਰਾਊਂਡ ਅਬਾਊਟ 2 ਤੋਂ 3000 ਕਰੋੜ ਪਰ ਡੇ ਦਾ ਵੋਲਿਊਮ ਹੈ। ਇਨਵੈਸਟਮੈਂਟ ਦੇ ਉੱਤੇ ਹੈ ਜੀ, ਆਪਾਂ ਇਨਵੈਸਟਮੈਂਟ ਦੇ ਹਿਸਾਬ ਨਾਲ ਫਿਰ ਹੁੰਦੀ ਹੈ ਵੀ ਕਿੰਨਾ ਇਨਵੈਸਟ ਕਰ ਰਹੇ ਆਪਾਂ। ਨਹੀਂ ਇਸ ਤਰ੍ਹਾਂ ਦੀ ਟਰਨਓਵਰ ਦਾ ਸਾਡੇ ਪ੍ਰੋਫਿਟ ਲਾਸ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਕਿਉਂਕਿ ਸਾਡੇ ਟ੍ਰੇਡਿੰਗ ਦਾ ਕੰਮ ਹੈ। ਕਰੰਸੀ 'ਚ ਵਨ ਆਫ ਦੀ ਟੌਪ 10 ਬ੍ਰੋਕਰ 'ਚ ਅਸੀਂ ਆਉਂਦੇ ਹਾਂ, ਕਰੰਸੀ US ਡਾਲਰ INR ਦੇ ਵਿੱਚ, ਜਿਹੜੀ ਤੁਸੀਂ ਪਹਿਲਾਂ ਗੱਲ ਕਰ ਰਹੇ ਹੋ। ਲੇਕਿਨ ਬਾਕੀ ਦਾ ਵੀ ਜਿਹੜਾ ਸਾਡਾ ਟਰਨਓਵਰ ਨਾਲ ਬਿਜ਼ਨਸ ਵੋਲਿਊਮ ਜ਼ਰੂਰ ਹੁੰਦਾ, ਲੇਕਿਨ ਉਹਦੀ ਪ੍ਰੋਫਿਟੇਬਿਲਿਟੀ ਜਿਹੜੀ ਆ ਉਹ ਨਹੀਂ ਕਹਿ ਨਹੀਂ ਸਕਦੇ ਉਹ 'ਚ ਵੀ ਪ੍ਰੋਫਿਟ ਹੀ ਹੋਏਗਾ ਜਾਂ ਲਾਸ ਵੀ ਹੋਏਗਾ। ਜੇ ਸਧਾਰਨ ਸ਼ਬਦਾਂ ਦੱਸਣਾ ਹੋਵੇ ਤਾਂ ਅੱਜ ਕਿੱਥੇ ਖੜੇ ਹੋ? 150 ਰੁਪਏ ਵਾਲੀ ਜਿਹੜੀ ਫਿਗਰ ਹੈ ਕਿੱਥੇ ਖੜੀ ਹੈ? ਨਹੀਂ, ਇਹ ਤਾਂ ਹੁਣ ਤੁਸੀਂ ਮਤਲਬ ਐਕਚੁਅਲ 'ਚ ਪੁੱਛ ਰਹੇ ਵੀ ਸਾਲ ਦਾ ਪ੍ਰੋਫਿਟ ਲਾਸ ਕੀ ਹੈਗਾ? ਐਸਟੀਮੇਟਡ ਮੈਂ ਪੁੱਛ ਰਿਹਾ ਵੀ ਅੱਜ ਕਿੱਥੇ ਖੜੇ ਹੈਗੇ ਹੋ? ਦੇਖੋ ਜੀ, ਵਨ ਆਫ ਦੀ ਟੌਪ ਟੈਕਸ ਪੇਅਰ ਅਸੀਂ ਪਿਛਲੇ 10 ਸਾਲਾਂ ਤੋਂ 12 ਸਾਲਾਂ ਤੋਂ ਤਕਰੀਬਨ ਹੁਸ਼ਿਆਰਪੁਰ 'ਚ ਸਭ ਤੋਂ ਜ਼ਿਆਦਾ ਸੋਨਾਲੀਕਾ ਤੋਂ ਬਾਅਦ, ਕਿਸੇ ਟਾਈਮ ਤੇ ਸੋਨਾਲੀਕਾ ਤੋਂ ਵੀ ਵੱਧ ਹੁੰਦਾ ਸੀ, ਤੇ ਹੁਣ ਸੋਨਾਲੀਕਾ ਤੋਂ ਬਾਅਦ ਸਭ ਤੋਂ ਜ਼ਿਆਦਾ ਇਨਕਮ ਟੈਕਸ ਅਸੀਂ ਹੁਸ਼ਿਆਰਪੁਰ 'ਚ ਅਸੀਂ ਦਿੰਦੇ। ਕਿੰਨਾ ਭਰ ਰਹੇ ਹੋ? ਚਲੋ ਇਹ ਫਿਗਰਾਂ ਜਿਹੜੀਆਂ ਉਹਨਾਂ ਨੂੰ ਪਬਲਿਕ ਡਿਸਕਲੋਜ਼ ਨਹੀਂ ਕਰਨੀਆਂ ਚਾਹੀਦੀਆਂ। ਕਰੋੜਾਂ ਰੁਪਈਆਂ ਦੇ ਵਿੱਚ ਹੋਊਗਾ। ਕਰੋੜਾਂ ਤਾਂ ਡਿਊਟੀਜ਼ ਐਂਡ ਟੈਕਸਿਸ ਤਾਂ ਸਾਡੇ ਹੁੰਦੇ ਹੀ, ਇਹ 'ਚ ਕੋਈ ਨਹੀਂ। ਅੱਛਾ, ਉਹ ਜਿਹੜੀਆਂ ਦੁਕਾਨਾਂ ਤੇ ਕੰਮ ਕੀਤਾ ਤੁਸੀਂ ਦੱਸ ਦਿਓ, ਕੱਪੜੇ ਦੀ ਦੁਕਾਨ ਤੇ ਕੰਮ ਕੀਤਾ, ਸਬਜ਼ੀ ਦੀ ਰੇਹੜੀ ਫੜੀ ਲਾਈ ਹੈ, ਕਰਿਆਨੇ ਦੀ ਦੁਕਾਨ ਤੇ ਕੰਮ ਕੀਤਾ, ਅੱਜ ਵੀ ਉਹ ਦੁਕਾਨਾਂ ਹੈਗੀਆਂ ਨੇ? ਲੰਘਦੇ ਹੋ ਤਾਂ ਦੁਕਾਨਾਂ ਤੋਂ ਉਹਨਾਂ ਨੂੰ ਮਿਲਦੇ ਹੋ? ਬਿਲਕੁਲ। ਜਿਹੜੀ ਅਖਬਾਰ ਵਾਲਿਆਂ ਜਿਹਨਾਂ ਦੇ ਮੈਂ ਕੰਮ ਕਰਦਾ ਸੀ, ਉਹ ਨਾਮ ਦਾ ਸੀ ਦੁਕਾਨ ਦਾ ਕਵਿਤਾ ਨਾਵਲ ਹਾਊਸ। ਅੱਜ ਕੱਲ੍ਹ ਉਹਨਾਂ ਦੇ ਅੱਗੋਂ ਨੈਕਸਟ ਜਨਰੇਸ਼ਨ ਹੈਗੀ ਆ, ਹੁਣ ਵਾਲੀਆ ਨਾਵਲ ਹਾਊਸ ਹੈ, ਵਾਲੀਆ ਨਿਊਜ਼ ਏਜੰਸੀ ਹੈ ਕਸ਼ਮੀਰੀ ਬਾਜ਼ਾਰ, ਅੱਜ ਵੀ ਉਹਨਾਂ ਦੀ ਦੁਕਾਨ ਹੈਗੀ ਆ। ਅਤੇ ਕਰਿਆਨੇ ਦੀ ਦੁਕਾਨ ਪੰਜਾਬ ਪ੍ਰੋਵੀਜ਼ਨ ਸਟੋਰ,
ਇਹ ਪੁਰਾਣੀ ਸਬਜ਼ੀ ਮੰਡੀ ਸਤਕਾਰ ਹੋਟਲ ਦੀ ਬੈਕ ਸਾਈਡ ਤੇ ਉੱਥੇ ਹੀ ਹੈ। ਤੇ ਘੰਟਾ ਘਰ ਤੇ ਸਵਰਨ ਪ੍ਰਿੰਟਸ ਕਰਕੇ ਕੱਪੜੇ ਦੀ ਦੁਕਾਨ ਹੈ, ਘੰਟਾ ਘਰ ਤੇ ਕੋਤਵਾਲੀ ਦੇ ਬਾਹਰ। ਅੱਜ ਵੀ ਉਹ ਦੁਕਾਨ ਉੱਥੇ ਹੀ ਨੇ ਜੀ। ਜਾਣੇ ਉਹ ਮਾਲਕ ਮਿਲਦੇ ਨੇ ਉਦੋਂ? ਹਾਂਜੀ ਹਾਂਜੀ, ਸਾਡੇ ਕੁਝ ਸਾਡੇ ਰਿਲੇਟਿਵ ਚੋਂ ਹੀ ਨੇ। ਅੱਛਾ ਜੀ। ਹਾਂਜੀ ਹਾਂਜੀ। ਅੱਛਾ, ਇਸ ਤੋਂ ਇਲਾਵਾ ਮੈਂ ਪੋਲਿਟਿਕਸ ਵਿੱਚ ਵੀ ਥੋੜੀ ਦੇਰ ਇੰਟਰਸਟ ਰੱਖਿਆ, ਤੁਸੀਂ ਉਹਦੇ ਉੱਤੇ ਵੀ ਗੱਲ ਕਰੂੰਗਾ। ਤੁਸੀਂ ਸਮਾਜ ਸੇਵਾ ਦੇ ਵਾਲੇ ਪਾਸੇ ਵੀ ਤੁਹਾਡਾ ਮੈਂ ਦੇਖਦਾ ਹਾਂ ਧਿਆਨ ਹੈ, ਜੇ ਗੇਮਿੰਗ ਵਾਲੇ ਪਾਸੇ ਕਰ ਲਈਏ, ਸਪੋਰਟਸ ਵਾਲੇ ਪਾਸੇ ਕਹਿ ਲਈਏ, ਉਹ ਵੀ ਸਾਈਕਲਿੰਗ ਦੇ ਉੱਤੇ ਮੈਂ ਤੁਹਾਡੀਆਂ ਕਈ ਵਾਰ ਤਸਵੀਰਾਂ ਦੇਖਦਾ। ਸਮਾਜ ਸੇਵਾ ਵਾਲੇ ਪਾਸੇ ਵੀ ਡੈਫ ਐਂਡ ਡੰਬ ਸਕੂਲ ਵੀ ਖੋਲ੍ਹਿਆ ਹੋਇਆ, ਉਹਦੇ ਬਾਰੇ ਥੋੜ੍ਹਾ। ਸਪੋਰਟਸ ਜਿੱਦਾਂ ਮੈਂ ਦੱਸਿਆ, ਮੈਂ ਪਹਿਲਾਂ ਆਪ ਸਪੋਰਟਸ ਕਰਦਾ ਰਿਹਾ। 82 'ਚ ਮੈਂ ਨੈਸ਼ਨਲ ਟਿਊਸ਼ਨ ਲਈ, ਫਿਰ ਉਸ ਤੋਂ ਬਾਅਦ ਉਸ ਬੇਸ ਦੇ ਉੱਤੇ ਹੀ ਨੌਕਰੀ ਵੀ ਕੀਤੀ। ਅਤੇ ਮੈਂ ਆਫਿਸ 'ਚ ਵੀ ਜਿਹੜਾ ਮੇਰਾ ਸਟਾਫ ਹੈ ਉਹਨਾਂ ਨੂੰ ਵੀ ਇਸੇ ਕਰਕੇ ਇਸੇ ਗੱਲ ਨੂੰ ਇਨਕਰੇਜ ਕਰਦਾ ਵੀ ਆਪਣੀ ਹੈਲਥ ਦਾ ਧਿਆਨ ਰੱਖੋ। ਸਾਡੇ ਆਫਿਸ 'ਚ ਹੈਲਥ ਚੈਲੰਜ ਚੱਲਦਾ ਵੀ ਮਹੀਨੇ 'ਚੋਂ ਜੇ ਤੁਸੀਂ ਇੰਨੇ ਦਿਨ ਘਰੋਂ ਸਾਈਕਲ 'ਤੇ ਆਓਗੇ ਤੇ ਤੁਹਾਨੂੰ ਕੈਸ਼ ਇਨਸੈਂਟਿਵ ਮਿਲੇਗਾ। ਅੱਛਾ ਜੀ, ਉਹ ਸਾਈਕਲ ਤੇ ਆਉਂਦੇ, ਘਰੋਂ ਸਾਈਕਲ ਤੇ ਆਉਂਦੇ ਆ ਤੇ ਉਹਦੇ 'ਚ ਡਬਲ ਐਡਵਾਂਟੇਜ ਰਹਿੰਦੀ ਹੈ। ਇੱਕ ਤਾਂ ਘਰੋਂ ਇੱਥੇ ਤੱਕ ਸਾਈਕਲ ਤੇ ਨਾਲ ਥੋੜੀ ਐਕਸਰਸਾਈਜ਼ ਹੋ ਗਈ, ਹੈਲਥ ਚੰਗੀ ਰਹਿੰਦੀ ਹੈ। ਅੱਜ ਕੱਲ੍ਹ ਤੇਲ ਦਾ ਕੀ ਭਾਅ ਹੋ ਗਿਆ, ਤੇਲ ਦੀ ਬੱਚਤ ਹੁੰਦੀ ਹੈ। ਤੇ ਤੀਸਰਾ, ਜਦੋਂ ਘਰੋਂ ਤੁਸੀਂ ਸਾਈਕਲ ਤੇ ਆਉਂਦੇ ਆ, ਥੋੜੀ ਐਕਸਰਸਾਈਜ਼ ਹੁੰਦੀ ਹੈ ਤਾਂ ਸਾਰਾ ਦਿਨ ਬੰਦਾ ਇੱਕ ਆਪਣੇ ਆਪ ਨੂੰ ਇੱਕ ਅਚੀਵਮੈਂਟ ਲੱਗਦੀ ਹੈ ਤੇ ਐਕਟਿਵ ਰਹਿੰਦਾ। ਤੇ ਉਹ ਉਸ ਤੋਂ ਇਲਾਵਾ ਸਾਡੇ ਤੁਸੀਂ ਗਰਾਊਂਡ ਤੇ ਦੇਖੋਗੇ ਸਾਡੇ ਪੂਲ ਟੇਬਲ ਹੈ, ਇਹਨਾਂ ਦੇ ਅਸੀਂ ਮੈਚ ਵਗੈਰਾ ਆਪਸ 'ਚ ਬॉयਜ਼ ਦੇ ਗਰਲਸ ਦੇ ਤੇ ਚੱਲਦੇ ਰਹਿੰਦੇ। ਇਹਨਾਂ ਦੇ ਕੋਈ ਨਾ ਕੋਈ ਟੂਰਨਾਮੈਂਟ ਸਾਡਾ ਅਸੀਂ ਆਪਸ 'ਚ ਕਰਾਉਂਦੇ ਰਹਿੰਦੇ ਹਾਂ। ਉਸ ਤੋਂ ਇਲਾਵਾ ਜਿਮ ਵੀ ਰੱਖਿਆ ਹੈ ਤੇ ਉੱਥੇ ਆ ਕੇ ਐਕਸਰਸਾਈਜ਼, ਵੇਟ ਟ੍ਰੇਨਿੰਗ ਜੇ ਕੋਈ ਕਰਨਾ ਚਾਹੇ, ਟੇਬਲ ਟੈਨਿਸ ਵੀ, ਇਸ ਮਤਲਬ ਸਾਰੀਆਂ ਇੱਥੇ ਗੇਮਸ ਵਗੈਰਾ ਸਭ ਕੁਝ ਹੈਗਾ। ਤੇ ਹੁਣ ਜਿੱਦਾਂ ਆਫਿਸ ਛੁੱਟੀ ਹੋਣੀ ਹੈ ਤੇ ਸ਼ਾਮ ਨੂੰ ਉੱਥੇ ਸਾਰੇ ਖੇਡਦੇ ਹੁੰਦੇ, ਜਾਂ ਕਈ ਲੜਕੀਆਂ ਜਾਂ ਲੜਕੇ ਜਿਹੜੇ ਆ ਉਹ ਆਫਿਸ ਖੁੱਲ੍ਹਣ ਤੋਂ ਪਹਿਲਾਂ ਅਰਲੀ ਮਾਰਨਿੰਗ ਆ ਜਾਂਦੇ ਆ, ਇੱਥੇ ਆ ਕੇ ਸਾਰੀ ਐਕਸਰਸਾਈਜ਼ ਕਰਦੇ ਆ, ਫਿਰ ਆਪਣੀ ਆ ਕੇ ਸੀਟ ਦੇ ਉੱਤੇ ਆ ਕੇ ਬੈਠਦੇ। ਅੰਦਰ ਸ਼ਾਵਰ, ਪੈਨਲ, ਬਾਥਰੂਮ ਵਗੈਰਾ ਸਭ ਕੁਝ ਬਣੇ ਹੋਏ ਆ। ਇਹ ਮੈਨੂੰ ਲੱਗਦਾ ਦਿੱਲੀ ਬੰਬੇ ਦੀਆਂ ਤਾਂ ਗੱਲਾਂ ਇਹ ਸੁਣੀਆਂ ਨੇ, ਪੰਜਾਬ ਦਾ ਪਹਿਲਾ ਦਫ਼ਤਰ ਹੋਊਗਾ, ਆਫਿਸ ਹੋਊਗਾ ਜਿੱਥੇ ਆ ਕੇ ਲੋਕ ਖੇਡ ਕੇ ਵੀ ਜਾਂਦੇ ਨੇ ਤੁਹਾਡੇ EMPLOYEES। ਹਾਂਜੀ ਹਾਂਜੀ, ਇੱਥੇ ਰੈਗੂਲਰ ਜੇ ਹੁਣ ਤੁਸੀਂ ਦੇਖੋਗੇ ਥੱਲੇ ਜਾ ਕੇ ਸਾਰੇ ਮੈਚ ਮੂਚ ਲੱਗੇ ਹੋਣੇ, ਆਪਸ 'ਚ ਖੇਡਦੇ ਰਹਿਣੇ। ਦੂਜੀ ਗੱਲ ਜਿਹੜੀ ਕੀਤੀ ਅਸੀਂ ਸਪੋਰਟਸ ਦੀ, ਅਸੀਂ ਹੁਸ਼ਿਆਰਪੁਰ 'ਚ ਸਾਈਕਲਿੰਗ ਜਿਹੜੀ ਸ਼ੁਰੂ ਕੀਤੀ 2014 ਦੇ ਵਿੱਚ। ਅਸੀਂ 2-4 ਜਾਣੇ 5 ਜਾਣੇ ਹੁੰਦੇ ਸੀ ਜਦੋਂ ਸ਼ੁਰੂ ਕੀਤੀ। ਅੱਜ ਤੁਸੀਂ ਦੇਖੋਗੇ ਹਜ਼ਾਰਾਂ ਹੀ ਬੱਚੇ, ਲੇਡੀਜ਼ ਜਿਹੜੇ ਆ ਡੇਲੀ ਸਾਈਕਲਿੰਗ ਕਰਦੇ ਆ। ਅਸੀਂ ਇੱਦਾਂ ਦਾ ਕੋਈ ਨਾ ਕੋਈ ਇਵੈਂਟ ਹਰ ਵਾਰੀ ਕਰਵਾਉਂਦੇ ਰਹਿੰਦੇ ਹਾਂ। ਹੁਣ ਅਸੀਂ ਕਮਿੰਗ ਸੰਡੇ ਅਸੀਂ GNA ਯੂਨੀਵਰਸਿਟੀ ਨਾਲ ਰਲ ਕੇ ਸਾਡਾ ਫਿਟ ਬਾਈਕਰ ਕਲੱਬ ਅਸੀਂ ਬਣਾਇਆ। ਅਸੀਂ ਦੋਨੋਂ ਰਲ ਕੇ ਤਕਰੀਬਨ 200-300 ਜਿਹੜੇ ਸਾਈਕਲਿਸਟ ਹੈ ਸਾਰੇ ਸ਼ਹਿਰ ਦੇ ਵਿੱਚ ਸਿਟੀ ਰਾਈਡ ਕਰ ਰਹੇ ਹਾਂ। ਇੱਕ ਤਾਂ ਸਾਈਕਲਿੰਗ ਪ੍ਰਮੋਟ ਹੋਏਗੀ, ਦੂਸਰਾ ਸਾਡਾ ਉਸ ਦਿਨ ਦਾ ਥੀਮ ਹੈ ਵੀ ਸੇ ਨੋ ਟੂ ਡਰੱਗਸ, ਵੀ ਡਰੱਗਸ ਤੋਂ ਜਿਹੜਾ ਛੁਟਕਾਰਾ ਪਾਓ। ਉਹ ਅਸੀਂ ਉਸ ਨੂੰ ਥੀਮ ਨੂੰ ਲੈ ਕੇ ਸਾਰੇ ਸ਼ਹਿਰ ਨੂੰ, ਯੂਥ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ। ਇਸੇ ਤਰ੍ਹਾਂ ਜਿੱਦਾਂ ਕੋਵਿਡ ਆਇਆ, ਕੋਵਿਡ ਵਿੱਚ ਸ਼ੁਰੂ 'ਚ ਤੁਸੀਂ ਦੇਖਿਆ ਵੀ ਲੋਕ ਵੈਕਸੀਨੇਸ਼ਨ ਲਵਾਉਣ ਨੂੰ ਡਰਦੇ ਸੀ। ਤੇ ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਅਸੀਂ ਪਿੰਡਾਂ ਜਾ ਕੇ ਸਾਰੇ ਅਸੀਂ ਲੋਕਾਂ ਨੂੰ ਮੋਟੀਵੇਟ ਕੀਤਾ। ਅਸੀਂ ਸਲੋਗਨ ਦਿੱਤਾ, ਸਾਡਾ ਟੀਚਾ ਸਾਰੇ ਲਵਾਓ ਟੀਕਾ, ਵੈਕਸੀਨੇਸ਼ਨ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦੇ। ਅਸੀਂ ਇੱਦਾਂ ਦੇ ਅਲੱਗ-ਅਲੱਗ ਥੀਮ ਨੂੰ ਲੈ ਕੇ ਲੋਕਾਂ ਨੂੰ ਅਵੇਅਰਨੈਸ ਕਰਨ ਲਈ ਕਿਸਾਨਾਂ ਦਾ ਅੰਦੋਲਨ ਹੋਇਆ। ਅਸੀਂ ਕਿਸਾਨਾਂ ਦੇ ਸਪੋਰਟ 'ਚ ਵੀ ਰੈਲੀਆਂ ਬਹੁਤ ਕੱਢਦੇ ਰਹੇ। ਤੇ ਇਸ ਤਰ੍ਹਾਂ ਦਾ ਕੋਈ ਨਾ ਕੋਈ ਸਾਡਾ ਸੋਸ਼ਲ ਐਕਟੀਵਿਟੀ ਸਾਡੇ ਗਰੁੱਪ ਦੀ ਕੋਈ ਨਾ ਕੋਈ ਚੱਲਦੀ ਰਹਿੰਦੀ। ਇਸ ਤਰ੍ਹਾਂ ਜਿਹੜੀ ਆ ਸਾਡਾ ਸਕੂਲ ਜਿਹੜਾ 1995 'ਚ ਚੱਲਿਆ, ਇੱਥੇ ਸਾਡਾ JSS ਫਾਦਰ ਦੇ ਨਾਮ 'ਤੇ ਚੱਲਿਆ, ਜਗਜੀਤ ਸਿੰਘ ਸਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ। ਅੱਜ ਉਹ ਸਕੂਲ ਨੂੰ ਚੱਲਦੇ ਨੂੰ ਸਾਡੇ ਤਕਰੀਬਨ ਸਮਝ ਲਓ 27 ਸਾਲ ਹੋ ਗਏ ਨੇ। ਤੇ 200 ਤੋਂ ਉੱਪਰ ਬੱਚੇ ਆ ਜਿਹੜੇ ਹੋਮ ਬੇਸਡ ਜਾਂ ਸਕੂਲ 'ਚ ਰੈਗੂਲਰ ਜਿਹੜੇ ਬੱਚੇ ਆਉਂਦੇ, ਜਿਨ੍ਹਾਂ ਨੂੰ ਅਸੀਂ ਇੱਥੇ ਸੇਵਾਵਾਂ ਦੇ ਰਹੇ ਹਾਂ। ਟ੍ਰਿਪਲ ਸਟੋਰੀ ਬਿਲਡਿੰਗ ਸਾਡੀ ਬਣੀ ਹੈ। 1 ਏਕੜ ਜ਼ਮੀਨ ਸਾਨੂੰ ਗ੍ਰਾਮ ਪੰਚਾਇਤ ਜਾਨ ਖੇਲਾ ਨੇ ਫ੍ਰੀ ਦਿੱਤੀ ਹੈ। ਔਰ ਉਸ ਬਿਲਡਿੰਗ ਨੂੰ ਬਣਾਉਣ 'ਚ ਤਕਰੀਬਨ 4.5 ਕਰੋੜ ਰੁਪਈਆ ਸਾਡਾ ਸਪੈਂਡ ਹੋਇਆ, ਸਾਰਾ ਲੋਕਾਂ ਦੇ ਸਹਿਯੋਗ ਨਾਲ। ਔਰ ਅੱਜ ਉਸ ਸਕੂਲ ਦਾ ਨਾਮ ਇੰਡੀਆ 'ਚ ਵਨ ਆਫ ਦੀ ਬੈਸਟ ਸਕੂਲ ਗਿਣਿਆ ਜਾਂਦਾ। 2 ਵਾਰੀ ਸਾਨੂੰ ਨੈਸ਼ਨਲ ਅਵਾਰਡ ਵੀ ਬਣਿਆ। ਲਾਸਟ ਈਅਰ ਜਿਹੜੀ ਪੰਜਾਬ ਗੌਰਮੈਂਟ ਨੇ ਸਾਨੂੰ ਪੰਜਾਬ ਦਾ ਬੈਸਟ NGO ਦਾ ਅਵਾਰਡ ਵੀ ਦਿੱਤਾ, ਉਸ ਨਾਲ ਕੈਸ਼ ਪ੍ਰਾਈਜ਼ ਵੀ ਗੌਰਮੈਂਟ ਵੱਲੋਂ ਦਿੱਤਾ ਗਿਆ। ਸਾਡੇ ਬੱਚੇ ਇੰਟਰਨੈਸ਼ਨਲ ਲੈਵਲ 'ਤੇ ਓਲੰਪਿਕਸ ਵਿੱਚੋਂ ਜਾ ਕੇ ਗੋਲਡ ਮੈਡਲ ਜਿੱਤ ਕੇ ਆਏ। ਅੱਛਾ, 1-2 ਸਵਾਲ ਹੋਰ ਲਊਂਗਾ। ਅੱਜ ਪੋਲਿਟਿਕਸ ਨੂੰ ਕਿਵੇਂ ਦੇਖ ਰਹੇ ਹੋ ਪੰਜਾਬ ਦੀ? ਤੁਸੀਂ ਵੀ ਆਏ ਸੀਗੇ 2017 ਦੇ ਵਿੱਚ, ਇਲੈਕਸ਼ਨ ਵੀ ਲੜਿਆ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ। ਕਿਵੇਂ ਦੇਖ ਰਹੇ ਹੋ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ? ਦੇਖੋ, ਮੈਂ ਇਹ ਸਮਝਦਾ ਵੀ ਅੱਜ ਦੀ ਤਰੀਕ ਜਦੋਂ ਕੋਈ ਪੋਲੀਟੀਸ਼ੀਅਨ ਦਾ ਜਾਂ ਲੀਡਰ ਦਾ ਨਾਮ ਲੈਂਦਾ ਨਾ, ਕਿਸੇ ਨੂੰ ਗੱਲ ਕਰਕੇ ਦੇਖ ਲਓ, ਬੱਚੇ ਨੂੰ ਗੱਲ ਕਰ ਲਓ, ਆਮ ਸਧਾਰਨ ਬੰਦੇ ਨਾਲ ਗੱਲ ਕਰ ਲਓ। ਜਦੋਂ ਕੋਈ ਲੀਡਰ ਦੀ ਗੱਲ ਕਰਦਾ ਨਾ, ਤਾਂ ਮਨ ਦੇ ਵਿੱਚ ਜਿਹੜੀ ਇਮੇਜ ਆਉਂਦੀ ਨਾ, ਉਹ ਇੱਕ ਕਰਪਟ ਤੇ ਬੇਈਮਾਨ ਬੰਦੇ ਦੀ ਜਿਹੜੀ ਇਮੇਜ ਜਿਹੜੀ ਆ ਉਹ ਛਵੀ ਆਉਂਦੀ ਹੈ। ਇਹ ਨਹੀਂ ਕਦੀ ਆਉਂਦਾ ਜਦੋਂ ਲੀਡਰ ਦੀ ਗੱਲ ਕਰਦੇ ਆ ਤਾਂ ਬਹੁਤ ਹੀ ਇਮਾਨਦਾਰ, ਸਾਫ਼ ਛਵੀ ਵਾਲਾ ਤੇ ਵਧੀਆ ਬੰਦਾ ਹੋਊਗਾ। ਇਹ ਸੱਚਾਈ ਹੋਊਗੀ। ਔਰ ਰੀਜ਼ਨ ਇਹ ਹੈ ਵੀ ਅੱਜ ਦੀ ਤਰੀਕ 'ਚ ਮੈਜੋਰਟੀ ਜਿਹੜੇ ਆ ਨਾ ਰਾਜਨੀਤੀ 'ਚ ਜਿਹੜੇ ਲੋਕ ਆਉਂਦੇ ਆ, ਉਹ ਕਿਸੇ ਨਾ ਕਿਸੇ ਨਿੱਜੀ ਸਵਾਰਥ ਨੂੰ ਨਾਲ ਲੈ ਕੇ ਆਉਂਦੇ ਆ। ਜੀ ਇਹਨਾਂ ਨੇ ਕੋਈ ਆਪਣਾ ਕੋਈ 2 ਨੰਬਰ ਦਾ ਧੰਦਾ ਕਰਨਾ, ਜਾਂ ਕੋਈ ਧੰਦੇ ਕਰਾਉਣੇ ਆ, ਜਾਂ ਇਸ ਤਰ੍ਹਾਂ ਦਾ ਕੰਮ ਕਰਨਾ।
ਚੰਗੇ ਲੋਕਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ। ਇਹ ਸੋਚ ਕੇ ਮੈਂ ਅੱਜ ਤੱਕ ਪਹਿਲਾਂ ਕਦੀ ਪੋਲਿਟਿਕਸ ਗਿਆ ਨਹੀਂ। ਜਦੋਂ ਆਮ ਆਦਮੀ ਪਾਰਟੀ 'ਚ ਵੀ ਮੈਂ ਆਇਆ, ਮੈਂ ਦਿੱਲੀ 'ਚ ਜੋ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਉਹ ਮੈਂ ਆਪਣੀ ਅੱਖੀਂ ਦੇਖਿਆ ਤੇ ਮੈਂ ਕੇਜਰੀਵਾਲ ਤੋਂ ਪ੍ਰਭਾਵਿਤ ਸੀ। ਉਹ ਸਾਡੇ ਇੱਕ ਪਰਸਨਲ ਫੰਕਸ਼ਨ 'ਚ 2015 'ਚ ਮੈਂ ਉਹਨੂੰ ਮਿਲਿਆ ਸੀਗਾ। ਇਹ ਸਾਡਾ ਬ੍ਰੋਕਰ ਦੀ ਇੱਕ ਕਾਨਫਰੰਸ ਸੀਗੀ ਦਿੱਲੀ, ਉੱਥੇ ਦੇਖਿਆ ਵੀ ਉਹ ਇੱਕ ਸਧਾਰਨ ਜਿਹਾ ਬੰਦਾ ਆ ਕੇ ਸਾਡੇ ਨਾਲ ਆ ਕੇ ਸੋਫੇ 'ਤੇ ਬਹਿ ਗਿਆ। ਕੋਈ ਉਹਦੇ ਉੱਪਰ ਤਾਮ ਝਾਮ ਨਹੀਂ, ਕੋਈ ਸਿਕਿਉਰਿਟੀ ਨਹੀਂ, ਕੋਈ ਲੰਬਾ ਚੌੜਾ ਕੋਈ। ਇੱਥੇ ਆ ਕੇ ਦੇਖੀਦਾ ਤਾਂ ਉਹ MLA ਮੰਤਰੀ ਆ ਜਾ ਤਾਂ ਗਨਮੈਨ ਹੀ ਸਾਰੇ ਕਵਰ ਕਰਕੇ ਬਹਿ ਜਾਂਦੇ, ਪਤਾ ਨਹੀਂ ਕੀ ਆ, ਕੋਈ ਪਾਕਿਸਤਾਨ ਨੇ ਹਮਲਾ ਕਰਨਾ। ਤੇ ਉਹੀ ਬੰਦਾ ਅਸੀਂ ਦੇਖ ਕੇ ਪ੍ਰਭਾਵਿਤ ਸੀ। ਫਿਰ ਪਾਰਟੀ ਨੇ ਮੈਨੂੰ ਇਲੈਕਸ਼ਨ ਤੋਂ ਪਹਿਲਾਂ 17 ਤੋਂ ਪਹਿਲਾਂ, ਜਦੋਂ ਇਲੈਕਸ਼ਨ ਉਸ ਤੋਂ ਪਹਿਲਾਂ ਮੈਨੂੰ ਅਪਰੋਚ ਕੀਤਾ। ਪਹਿਲਾਂ ਮੈਂ ਤਾਂ ਬਹੁਤ ਰਿਲੈਕਟੈਂਟ ਸੀ ਵੀ ਮੈਂ ਨਹੀਂ ਆਉਣਾ, ਲੇਕਿਨ ਫਿਰ ਵੀ ਇਹ ਕੋਸ਼ਿਸ਼ ਕੀਤੀ ਵੀ ਚਲੋ ਇੱਕ ਕੋਸ਼ਿਸ਼ ਕਰਕੇ ਦੇਖਦੇ ਹਾਂ ਵੀ ਸਮਾਜ ਨੂੰ ਥੋੜ੍ਹਾ ਬਿਹਤਰ ਦਿਸ਼ਾ ਦੇ ਸਕੀਏ। ਚਲੋ ਸਮਾਜ ਤੋਂ ਆਪਾਂ ਸਿਸਟਮ ਨੂੰ ਬਦਲ ਤਾਂ ਨਹੀਂ ਸਕਦੇ, ਲੇਕਿਨ ਇੰਨਾ ਆਪਣੇ ਆਪ 'ਤੇ ਜ਼ਰੂਰ ਕੌਨਫੀਡੈਂਸ ਸੀ ਵੀ ਜੇ ਮੌਕਾ ਮਿਲਿਆ ਤਾਂ ਆਪਾਂ ਸਿਸਟਮ ਨੂੰ ਥੋੜ੍ਹਾ ਬਿਹਤਰ ਜ਼ਰੂਰ ਕਰ ਸਕਦੇ ਹਾਂ। ਕਿਉਂਕਿ ਆਪਣੇ ਜ਼ਿੰਦਗੀ 'ਚ ਘਾਲਣਾ ਜਿਹੜੀ ਮਿਹਨਤ ਕੀਤੀ ਹੈ ਉਹ ਵਿਜ਼ਨ ਨਾਲ ਇਹ ਸਿਸਟਮ ਥੋੜ੍ਹਾ ਸੁਧਾਰਿਆ ਤਾਂ ਜ਼ਰੂਰ ਜਾ ਸਕਦਾ। ਕੋਸ਼ਿਸ਼ ਕੀਤੀ ਇਲੈਕਸ਼ਨ ਤੋਂ, ਚਲੋ ਲੋਕਾਂ ਨੇ ਨਹੀਂ ਸਾਥ ਦਿੱਤਾ, ਨਹੀਂ ਪਤਾ ਲੱਗਾ ਲੋਕਾਂ ਨੂੰ, ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ। ਉਸ ਤੋਂ ਬਾਅਦ ਹੀ ਸਾਲ 1.5 ਸਾਲ ਕੰਮ ਕੀਤਾ, ਲੇਕਿਨ ਹੌਲੀ ਹੌਲੀ 1.5 ਸਾਲ ਬਾਅਦ ਮੈਨੂੰ ਲੱਗਾ ਯਾਰ ਮੈਂ ਫਿੱਟ ਨਹੀਂ ਬੈਠਾ ਇਸ ਪੋਲਿਟਿਕਸ 'ਚ। ਮੇਰੇ ਕੋਲ ਜੋ ਇੱਕ ਬੇਸਿਕ ਕੁਆਲਿਟੀਜ਼ ਚਾਹੀਦੀਆਂ ਹੁੰਦੀਆਂ ਬੰਦੇ ਨੂੰ ਉਹ ਮੇਰੇ ਕੋਲ ਹੈ ਨਹੀਂ। ਪੋਲੀਟੀਸ਼ੀਅਨ ਵਾਲੀਆਂ ਕੁਆਲਿਟੀਆਂ ਤਾਂ ਮੇਰੇ ਕੋਲ ਹੈ ਨਹੀਂ। ਤਾਂ ਫਿਰ ਮੈਂ ਰਾਜਨੀਤੀ ਨੂੰ ਤੇ ਪਾਰਟੀ ਦੋਨਾਂ ਨੂੰ ਅਲਵਿਦਾ ਕਰ ਦਿੱਤਾ। ਲੇਕਿਨ ਫਿਰ ਵੀ ਮੈਂ ਸਪੋਰਟ ਮੈਂ ਆਮ ਆਦਮੀ ਪਾਰਟੀ ਦੀ ਜ਼ਰੂਰ ਕਰਦਾ ਰਿਹਾ। ਰਾਜਨੀਤੀ ਭਾਵੇਂ ਨਹੀਂ ਵੀ ਸੀ, ਭਾਵੇਂ ਸਾਡੇ ਇੱਥੇ ਲੋਕਲ ਇਲੈਕਸ਼ਨ ਹੋਏ ਸੀ ਕਾਰਪੋਰੇਸ਼ਨ ਦੇ, ਉਸ ਵੇਲੇ ਵੀ ਮੈਂ ਸਪੋਰਟ ਕੀਤੀ। ਇਸ ਵਾਰੀ ਵੀ ਪਾਰਟੀ ਨੇ ਮੈਨੂੰ ਅਪਰੋਚ ਕੀਤਾ ਸੀ ਵੀ ਤੁਸੀਂ ਅੱਗੇ ਆਓ, ਇਲੈਕਸ਼ਨ ਲੜੋ। ਤੇ ਮੈਂ ਮਨਾ ਕਰਤਾ ਸੀ ਵੀ ਮੈਂ ਇਲੈਕਸ਼ਨ ਮੇਰੇ ਬਸ ਦਾ ਕੰਮ ਨਹੀਂ ਹੈ। ਤੁਸੀਂ ਜਿਹੜਾ ਮਰਜ਼ੀ ਕੈਂਡੀਡੇਟ ਦੇ ਦਿਓ, ਮੈਂ ਉਹਦੀ ਸਪੋਰਟ ਕਰੂੰਗਾ, ਪਰ ਮੈਂ ਇਲੈਕਸ਼ਨ ਨਹੀਂ ਲੜਨੇ, ਖੁਦ ਨਹੀਂ ਹੋਣਾ, ਮੈਂ ਖੁਦ ਨਹੀਂ ਹੋਣਾ। ਮੈਂ ਇਸ ਕਰਕੇ ਮਨਾ ਕਰ ਦਿੱਤਾ। ਫਿਰ ਉਹਨਾਂ ਨੇ ਬਾਅਦ 'ਚੋਂ ਉਹ ਕਿਸੇ ਹੋਰ ਨੂੰ ਜੁਆਇਨ ਕਰਾ ਕੇ ਤੇ ਇਲੈਕਸ਼ਨ ਜਿਹੜੇ ਲੜਾਏ ਸੀ, ਮੈਂ ਉਹਦੀ ਪੂਰੀ ਸਪੋਰਟ ਕੀਤੀ ਪਾਰਟੀ ਦੀ, ਅੱਜ ਵੀ ਕਰਦਾ। ਅੱਛਾ, ਆਖਰੀ ਸਵਾਲ ਲਊਂਗਾ। ਤੁਸੀਂ ਵੀ ਜ਼ਿਕਰ ਕੀਤਾ ਇੰਟਰਵਿਊ ਚੱਲਦੀਆਂ ਗੱਲਾਂ ਬਾਤਾਂ ਦੇ ਵਿੱਚ ਵੀ ਸਰਦਾਰ ਨੂੰ ਦੇਖ ਕੇ ਪਹਿਲਾਂ ਤਾਂ ਹੈਰਾਨ ਹੋ ਗਏ ਵੀ ਇਸ ਬਿਜ਼ਨਸ ਦੇ ਵਿੱਚ ਸਰਦਾਰ ਕਿੱਥੋਂ ਆ ਗਿਆ। ਅੱਜ ਫਿਰ ਸਰਦਾਰੀ ਤੇ ਅੱਜ ਉਸ ਦਸਤਾਰ ਤੇ ਮਾਣ ਤਾਂ ਚਲੋ ਹਰ ਬੰਦੇ ਨੂੰ ਹੁੰਦਾ, ਪਰ ਹੁੰਦਾ ਜਦੋਂ ਫਿਰ ਇੰਨੇ ਵੱਡੇ ਬਿਜ਼ਨਸਮੈਨਾਂ ਦੇ ਨਾਲ ਜਾ ਕੇ ਇੱਕ ਟੱਕਰ ਦੇਣ ਵਾਲੀ ਗੱਲ ਆ ਜਾਂਦੀ। ਨਹੀਂ, ਇਸ ਗੱਲੋਂ ਮੈਂ ਤੁਹਾਡੇ ਨਾਲ 200% ਐਗਰੀ ਕਰਦਾ, ਕਿਉਂਕਿ ਸਾਡੀ ਕਾਨਫਰੰਸ ਜਦੋਂ ਹੁੰਦੀ ਹੈ, ਜਦੋਂ ਪੂਰੇ ਇੰਡੀਆ ਦੇ ਬ੍ਰੋਕਰਸ ਵਗੈਰਾ ਦੀ ਸਾਡੀ ਹਰ ਸਾਲ ਕਾਨਫਰੰਸ ਹੁੰਦੀ ਹੈ, ਜਾਂ ਜਿੰਨਾ ਵੀ ਸਾਡਾ ਫਰੈਂਡ ਸਰਕਲ ਹੈ, ਕਿਤੇ ਵੀ ਪ੍ਰੋਗਰਾਮ ਹੁੰਦਾ ਜਦੋਂ ਮੈਂ ਉੱਥੇ ਜਾਂਦਾ ਤਾਂ ਮੈਂ ਇਕੱਲਾ ਹੀ ਸਰਦਾਰ ਹੁੰਦਾ। ਅਤੇ ਸ਼ਾਇਦ ਇੱਕ ਦੋ ਹੋਰ ਵੀ ਹੋਣ ਬਾਅਦ 'ਚੋਂ ਆਏ ਹੋਣ ਜਾਂ, ਲੇਕਿਨ ਉਹ ਇਸ ਗੱਲ ਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਆਪਣੇ ਆਪ ਦੇ ਉੱਤੇ ਵੀ ਅਸੀਂ ਉਸ ਇਲਾਕੇ 'ਚੋਂ ਆਏ ਜਿੱਥੇ ਕੋਈ ਸ਼ੇਰਾਂ ਨੂੰ ਕੋਈ ਜਾਣਦਾ ਪਛਾਣਦਾ ਕੋਈ ਨਹੀਂ ਸੀ, ਜਿਹੜਾ ਇਸ ਫੀਲਡ ਬਾਰੇ ਨੋਰਮਲੀ ਕੀ ਹੈ ਵੀ ਸਰਦਾਰਾਂ ਦੀ ਛਵੀ ਜਿਹੜੀ ਹੈ ਨਾ, ਆਮ ਤੌਰ 'ਤੇ ਫਿਲਮਾਂ 'ਚ ਲੈ ਲਓ, ਜਾਂ ਟੈਕਸੀ ਡਰਾਈਵਰ ਆ ਜਾਂ ਟਰੱਕ ਡਰਾਈਵਰ ਆ ਜਾਂ ਉਹਨਾਂ ਦੇ ਚੁਟਕਲੇ ਬਣਦੇ ਆ। ਅਤੇ ਮਤਲਬ ਬਹੁਤ ਘੱਟ ਜਿਹੜੇ ਆ ਸਰਦਾਰ ਜਿਨ੍ਹਾਂ ਨੇ ਕੁਛ ਅਚੀਵ ਕੀਤਾ, ਉਹਨਾਂ ਦੀ ਛਵੀ ਨੂੰ ਜਿਹੜਾ ਦਿਖਾਇਆ ਜਾਏ। ਮਨਮੋਹਨ ਸਿੰਘ ਉਹਨਾਂ 'ਤੇ ਸਾਨੂੰ ਮਾਣ ਹੈ, ਸਾਡੇ ਹੁਸ਼ਿਆਰਪੁਰ ਦੇ ਨੇ, ਇੱਥੋਂ ਪੜ੍ਹੇ ਲਿਖੇ ਨੇ, ਇੱਥੇ ਪੜ੍ਹਾਇਆ ਵੀ ਹੈ, ਅਤੇ ਉਹਨਾਂ ਨੇ ਦੇਸ਼ ਨੂੰ ਇੱਕ ਨਵੀਂ ਸੇਧ ਦਿੱਤੀ ਇਕਨੋਮਿਕ ਫਰੀਡਮ ਵਾਸਤੇ। ਅਤੇ ਜਦੋਂ ਵੀ ਮੈਂ ਬ੍ਰੋਕਰ ਦੇ ਕਿਸੇ ਨੈਸ਼ਨਲ ਫੰਕਸ਼ਨ ਸਾਡਾ ਹੁੰਦਾ ਉੱਥੇ ਜਾਂਦਾ ਅਤੇ ਆਪਣੇ ਆਪ 'ਤੇ ਜ਼ਰੂਰ ਮਾਣਤਾ ਜ਼ਰੂਰ ਮਹਿਸੂਸ ਹੁੰਦਾ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਆਖਰੀ ਇੱਕ ਕੋਈ ਟਿਪਸ ਦੇਣਾ ਚਾਹੁੰਦੇ ਹੋ? ਬਹੁਤ ਸਾਰੇ ਨੌਜਵਾਨ ਇੰਟਰਵਿਊ ਵੀ ਦੇਖ ਰਹੇ ਹੋਣਗੇ, ਕੁਝ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋਣਗੇ, ਕੋਈ ਟਿਪਸ ਕੋਈ ਇੱਕ ਦੋ ਦੇਣਾ ਚਾਹੁੰਦੇ ਹੋ ਵੀ ਜੇ ਮੰਨ ਲਓ ਸ਼ੇਅਰ ਮਾਰਕੀਟ ਦੇ ਵਿੱਚ, ਸਟਾਕ ਮਾਰਕੀਟ ਦੇ ਵਿੱਚ ਹੀ ਆਉਣਾ ਹੈ ਤਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ? ਦੇਖੋ, ਸਟਾਕ ਮਾਰਕੀਟ 'ਚ ਆਮ ਤੌਰ 'ਤੇ ਜਿਹੜੇ ਲੋਕ ਨਵੇਂ ਆਉਂਦੇ ਨੇ ਨਾ, ਬਹੁਤ ਹੀ ਮਤਲਬ ਇੰਨਾ ਸਮਝਦੇ, ਬੜਾ ਈਜ਼ੀ ਕੰਮ ਸਮਝਦੇ ਨੇ ਸਟਾਕ ਮਾਰਕੀਟ 'ਚੋਂ ਪੈਸੇ ਕਮਾਉਣਾ। ਉਹ ਅਕਾਊਂਟ ਖੋਲ੍ਹਦੇ, ਟ੍ਰੇਡਿੰਗ ਕਰਦੇ ਨੇ, ਅਲਟੀਮੇਟਲੀ ਉਹ ਆਪਣਾ ਸਾਰਾ ਕੁਝ ਗਵਾ ਲੈਂਦੇ ਨੇ। ਇਹ ਮਾਰਕੀਟ ਇੱਦਾਂ ਦੀ ਹੈ ਜੀ, ਇਹ ਸਮੁੰਦਰ ਹੈ। ਸਮੁੰਦਰ ਮੀਨ ਤੁਸੀਂ ਬਾਲਟੀ ਘਰੋਂ ਲੈ ਕੇ ਜਾਓ ਖਾਲੀ, ਸਮੁੰਦਰ 'ਚੋਂ ਬਾਲਟੀ ਭਰ ਕੇ ਘਰ ਲੈ ਆਓ, ਸਮੁੰਦਰ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਅਤੇ ਘਰੋਂ ਨਲਕੇ 'ਚੋਂ ਗੇੜ ਕੇ ਬਾਲਟੀ ਭਰ ਕੇ ਸਮੁੰਦਰ 'ਚ ਸਿੱਟ ਆਓ ਤਾਂ ਵੀ ਸਮੁੰਦਰ ਨੂੰ ਫਰਕ ਨਹੀਂ ਪੈਣਾ, ਲੇਕਿਨ ਤੁਹਾਡੇ ਨਲਕੇ ਦਾ ਪਾਣੀ ਸੁੱਕ ਸਕਦਾ। ਇਹੀ ਹਾਲਤ ਇਸ ਮਾਰਕੀਟ ਦੀ ਹੈ। ਤੁਸੀਂ ਜਿੰਨਾ ਮਰਜ਼ੀ ਪੈਸਾ ਇਹ 'ਚ ਲਾ ਲਓ, ਜੇ ਤੁਸੀਂ ਟ੍ਰੇਡਿੰਗ ਦੇ ਚੱਕਰ 'ਚ ਪੈਂਦੇ ਆ ਬਿਨਾਂ ਕਿਸੇ ਸੋਚੇ ਸਮਝੇ, ਅਲਟੀਮੇਟਲੀ ਤੁਹਾਡੀ ਸਾਰੀ ਕੈਪੀਟਲ ਖਤਮ ਹੋਣੀ ਹੈ। ਇਹ ਖਾਲੀ ਇੱਥੇ ਦੀ ਨਹੀਂ ਗੱਲ, ਆਲ ਓਵਰ ਵਰਲਡ ਮੋਰ ਦੈਨ 80% 90% ਜਿਹੜੇ ਲੋਕ ਆ ਜਿਹੜੇ ਟ੍ਰੇਡਿੰਗ ਦੇ ਚੱਕਰ 'ਚ ਪੈਂਦੇ ਆ, ਉਹ ਆਪਣਾ ਸਾਰਾ ਕੁਝ ਗਵਾ ਲੈਂਦੇ। ਉਹ ਇਹ ਸਮਝਦੇ ਆ ਵੀ ਮੈਂ YouTube 'ਤੇ 4 ਵੀਡੀਓ ਦੇਖ ਲਈਆਂ ਜਾਂ 2 ਕਿਤਾਬਾਂ ਪੜ੍ਹ ਲਈਆਂ ਅਤੇ ਮੈਨੂੰ ਸਭ ਕੁਝ ਆ ਗਿਆ। ਇਹਦਾ ਕੰਪੈਰੀਜ਼ਨ ਮੈਂ ਉਹ ਨਾਲ ਕਰਾਂਗਾ ਵੀ ਜੇ ਮੈਨੂੰ ਕੱਖ ਨਹੀਂ ਪਤਾ ਮੈਡੀਸਨ ਦਾ, ਮੈਂ ਇੱਕ ਸਰਜਰੀ ਦੀ ਕਿਤਾਬ ਬਾਜ਼ਾਰੋਂ ਲਵਾਂ, ਉਹ ਪੜ੍ਹ ਲਵਾਂ, ਤਾਂ ਮੈਂ ਜੇ ਕਿਸੇ ਦਾ ਆਪਰੇਸ਼ਨ ਕਰਨ ਲੱਗ ਪਵਾਂ ਉਹ ਮਰੀਜ਼ ਨੇ ਮਰਨਾ ਹੀ ਹੈ। ਅਤੇ ਇਹੀ ਅਭੀ ਜਿਹੜੀ
ਚਾਰ ਕੁ ਵੀਡੀਓ ਦੇਖ ਲਈਆਂ, 2 ਕਿਤਾਬਾਂ ਪੜ੍ਹ ਲਈਆਂ, ਇਹਦੇ ਨਾਲ ਕੁਝ ਨਹੀਂ ਹੋਣਾ। ਇਹ ਟ੍ਰੇਡਿੰਗ ਕਰੋਗੇ ਤਾਂ ਉੱਡ ਜਾਣਾ। ਹਾਂ, ਪੈਸੇ ਇਸ ਮਾਰਕੀਟ 'ਚੋਂ ਬਹੁਤ ਕਮਾਏ ਜਾ ਸਕਦੇ ਆ, ਲੇਕਿਨ ਉਹਦੇ ਵਾਸਤੇ ਇੱਕ ਸਹੀ ਤਰੀਕਾ ਤੇ ਸਹੀ ਗਾਈਡੈਂਸ ਦੀ ਲੋੜ ਹੈ। ਜੇ ਤੁਸੀਂ ਉਹਨੂੰ ਸਹੀ ਤਰੀਕੇ ਨਾਲ, ਸਹੀ ਗਾਈਡੈਂਸ ਦੇ ਵਿੱਚ ਇਨਵੈਸਟਮੈਂਟ ਦੇ ਪੁਆਇੰਟ ਆਫ ਵਿਊ ਨਾਲ ਲੌਂਗ ਟਰਮ ਲੈ ਕੇ ਚੱਲਦੇ ਆ, ਇਨਵੈਸਟਮੈਂਟ ਕਰਦੇ ਆ, ਤਾਂ 100% ਚਾਂਸ ਹੈ ਤੁਹਾਡੇ ਇਸ ਮਾਰਕੀਟ 'ਚੋਂ ਪੈਸਾ ਕਮਾਉਣ ਦੇ। ਜੇ ਰੈਸ਼ ਚੱਲੋਗੇ, ਟ੍ਰੇਡਿੰਗ ਦੇ ਚੱਕਰ 'ਚ ਪੈ ਜਾਓਗੇ ਤਾਂ ਆਪਣਾ ਸਭ ਕੁਝ ਗਵਾ ਲਓਗੇ। ਓਵਰਨਾਈਟ ਕਦੀ ਵੈਲਥ ਨਹੀਂ ਕ੍ਰੀਏਟ ਕਰਨੀ। ਪੈਸਾ ਜਾਂ ਟਿਪਸ ਦੀ ਗੱਲ ਆਉਂਦੀ ਹੈ, ਜਾਂ ਕੋਈ ਸਾਨੂੰ ਫੋਨ ਆ ਜਾਂਦਾ, ਯਾਰ ਕੋਈ ਸ਼ੇਅਰ ਦੱਸੋ ਕਿਹੜਾ ਲੈ ਲਈਏ। ਕਿਸੇ ਦੀ ਟਿਪ, ਕਿਸੇ ਦੀ ਇਨਫੋਰਮੇਸ਼ਨ ਲੈ ਕੇ ਤੁਸੀਂ ਇੱਕ ਪੈਸਾ ਤਾਂ ਕਮਾ ਸਕਦੇ ਹੋ, ਵੈਲਥ ਕ੍ਰੀਏਟ ਨਹੀਂ ਕਰ ਸਕਦੇ। ਜੇ ਵੈਲਥ ਕ੍ਰੀਏਟ ਕਰਨੀ ਹੈ ਤਾਂ ਤੁਹਾਨੂੰ ਆਪਣਾ ਵਿਜ਼ਨ 10, 15, 20 ਸਾਲ ਦਾ ਰੱਖਣਾ ਪਊਗਾ। 20 ਸਾਲਾਂ 'ਚ ਤੁਸੀਂ ਸਟੈਡੀਲੀ ਇਸ ਮਾਰਕੀਟ 'ਚੋਂ ਕਮਾ ਕੇ ਤੁਸੀਂ ਵੈਲਥ ਕ੍ਰੀਏਟ ਕਰ ਸਕਦੇ ਹੋ। ਲੇਕਿਨ ਇਹ 'ਚ ਰਾਤੋਂ ਰਾਤ ਅਮੀਰ ਹੋਣ ਵਾਲਾ ਜਿਹੜਾ ਤਰੀਕੇ ਹੈ ਨਾ ਜੀ, ਉਹ ਗੈਟ ਓਵਰਨਾਈਟ ਰਿਚ, ਉਹ ਅਲਟੀਮੇਟਲੀ ਸੁਸਾਈਡ ਕਰਨ ਦਾ ਤੇ ਆਪਣੀ ਵੈਲਥ ਖਤਮ ਕਰਨ ਦਾ ਇੱਕ ਸ਼ੋਰ ਸ਼ਾਰਟ ਤਰੀਕਾ ਹੈ। ਗੱਲਬਾਤ ਕਰਨ ਲਈ ਸਰ ਬਹੁਤ ਬਹੁਤ ਧੰਨਵਾਦ। ਔਰ ਬਹੁਤ ਸੰਘਰਸ਼ਮਈ ਜ਼ਿੰਦਗੀ ਹੈ, ਕਈ ਸਾਲਾਂ ਦਾ ਤਜਰਬਾ ਅੱਜ ਫਿਰ ਇਸ ਮੁਕਾਮ ਤੱਕ ਪਹੁੰਚੇ ਨੇ। ਔਰ ਟਿਪਸ ਜਿਹੜੇ ਬੜੀ ਖਾਸ ਗੱਲ, ਔਰ ਬੜੀ ਹਰ ਕੰਮ ਦੇ ਵਿੱਚ ਤੁਹਾਨੂੰ ਕੰਮ ਆਉਣ ਵਾਲੀ ਇੱਕ ਗੱਲ ਦੱਸੀ ਹੈ ਵੀ ਕੋਈ ਵੀ ਕੰਮ ਕਰਨਾ ਹੈ, ਚਾਹੇ ਉਹ ਸਟਾਕ ਮਾਰਕੀਟ ਦਾ ਹੋਵੇ, ਚਾਹੇ ਉਹ ਤੁਸੀਂ ਫਿਰ ਸਬਜ਼ੀ ਦੀ ਰੇਹੜੀ ਕਿਉਂ ਨਾ ਲਾਉਣੀ ਹੋਵੇ, ਕਦੇ ਵੀ ਰਾਤੋਂ ਰਾਤ ਅਮੀਰ ਹੋਣ ਦਾ ਸੁਪਨਾ ਨਾ ਦੇਖੋ। ਹਰ ਕੰਮ ਨੂੰ ਤਸੱਲੀ ਬਖਸ਼, ਬੜੀ ਮਿਹਨਤ ਦੇ ਨਾਲ, ਬੜੀ ਲਗਨ ਦੇ ਨਾਲ ਕਰੋ, ਤਾਂ ਆਉਣ ਵਾਲਾ ਜਿਹੜਾ ਸਮਾਂ ਉਹ ਤੁਹਾਡਾ ਸੁਖਾਲਾ ਹੋ ਸਕਦਾ ਹੈ। ਫਿਊਚਰ ਦੇ ਵਿੱਚ ਤੁਸੀਂ ਵੀ ਇੰਡੀਆ ਦੇ ਟਾਪ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੇ ਵਿੱਚ ਆਪਣਾ ਨਾਮ ਦਰਜ ਕਰਵਾ ਸਕਦੇ ਹੋ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਹੁਸ਼ਿਆਰਪੁਰ।